ਹੋਗੇ जी। मैं तो मेरे नाल प्रोफैसर जगीर सिंह कालों हर रोज़ की तरह प्रोग्राम के पहले हिस्से असी करांगे पंजाब बारे कोई गल्लां बातां, दुनिया दीयां कुछ होर सूचनावां जिहड़ियां साडे तक पहुँचदियां ने तुहाडे नाल करांगे सांझियां। ते उस तो बाद सुशील दसांझ जुड़नगे, उन्हां नाल भी दुनिया भर के मामलों ते करांगे चर्चा। सब तो पहलां प्रोफैसर जगीर सिंह कालों होरां दा करदे हां जी स्वागत। बहुत मेहरबानी गिल साहब। प्रोफैसर साहब, सब तो पहलां तां जिहड़ा सब तो पहली खबर सानूं पंजाब वल्लों नज़र आउंदी आ, 26 तरीक आ गई जी, जिहदा इंतजार सीगा। और इस तो पहलां ਦੀਆਂ ਜਿਹੜੀਆਂ ਘਟਨਾਵਾਂ ਕੁਝ ਹੋ ਰਹੀਆਂ ਸੀਗੀਆਂ, ਉਹਦੇ ਵਿੱਚ ਬਹੁਤ ਸਾਰੀਆਂ ਕਿਆਸ ਰਾਈਆਂ ਨੇ ਕਿ ਕਿਸ ਤਰੀਕੇ ਨਾਲ ਜਿਹੜੀ ਇਹ ਮੂਵਮੈਂਟ ਆ 26 ਤੋਂ ਬਾਅਦ ਕਿਸ ਰੁਖ ਵੱਲ ਨੂੰ ਅਖਤਿਆਰ ਕਰੇਗੀ। ਸਭ ਤੋਂ ਪਹਿਲਾਂ ਤਾਂ ਆਪਾਂ ਇਹ ਗੱਲ ਕਰ ਲਈਏ ਕਿ 26 ਤਰੀਕ ਜਿਹੜੀ ਆ ਉਹਦਾ ਜਿਹੜਾ ਉਹਦੇ ਸਮਲਵ ਹੋਈ ਆ। ਔਰ ਕੀ ਤੁਹਾਨੂੰ ਲੱਗਦਾ ਹੈ ਕਿ ਅੱਜ ਦਾ ਦਿਨ ਜਿਹੜਾ ਭਾਰਤ ਚੜ੍ਹਨ ਵਾਲਾ ਆ, ਕਿਸ ਤਰ੍ਹਾਂ ਦਾ ਰਹੇਗਾ? ਕੋਈ ਖਿਚਾਅ ਬਣੇਗਾ ਜਾਂ ਕਾਲੇ ਝੰਡੇ ਸਿਰਫ ਸਿੰਬੋਲਿਕ ਹੋਣਗੇ? ਇਹਦੇ ਨਾਲ ਕਿੰਨੀ ਕੁ ਸ਼ਕਤੀ ਮਿਲੇਗੀ ਕਿਸਾਨ ਮੋਰਚੇ ਨੂੰ, ਤੇ ਰਣਨੀਤੀ ਕੀ ਹੋਏਗੀ ਕਿਸਾਨ ਲੀਡਰਾਂ ਦੀ? ਕੀ ਕੋਈ ਦਿੱਲੀ ਵਿੱਚ ਕਿਸਾਨ ਲੀਡਰਾਂ ਨੇ ਵੱਡਾ ਇਕੱਠ ਕਰਨ ਦਾ ਵੀ ਸੋਚਿਆ, ਲੋਕਾਂ ਨੂੰ ਸੱਦਾ ਪੱਤਰ ਦਿੱਤਾ ਸੀ ਜਾਂ ਨਹੀਂ, ਜਾਂ ਸਿਰਫ ਆਪੋ ਆਪਣੇ ਘਰਾਂ 'ਚ ਹੀ ਝੰਡੇ ਚੜ੍ਹਾ ਕੇ ਇੱਕ ਸਿੰਬੋਲਿਕ ਪ੍ਰੋਟੈਸਟ ਹੋਏਗਾ? ਦੋਨੇ ਗੱਲਾਂ ਹੀ ਆ ਜੀ, ਇਹ ਸਿੰਬੋਲਿਕ ਵੀ ਆ ਤੇ ਪ੍ਰੈਕਟੀਕਲ ਵੀ ਆ। ਹਾਂਜੀ। ਇਹਦੇ 'ਚ ਤੁਹਾਨੂੰ ਆਪਣੇ ਜਿਹੜੇ ਸਾਡੇ ਦਰਸ਼ਕ ਆ ਉਹਨਾਂ ਨੂੰ ਵੀ ਪਤਾ ਹੀ ਆ ਕਿ ਇਹ 26 ਨਵੰਬਰ ਤੋਂ ਤਾਂ ਦਿੱਲੀ ਦੇ ਬਾਰਡਰਾਂ ਤੇ ਸੰਘਰਸ਼ ਆਇਆ, ਪਰੰਤੂ ਉਸ ਤੋਂ ਪਹਿਲਾਂ ਵੀ ਇਹ ਆਲਮੋਸਟ 1 ਸਾਲ ਹੋ ਚੱਲਿਆ ਇਹਨੂੰ ਸੰਘਰਸ਼ ਚੱਲਦੇ ਨੂੰ। 5 ਜੂਨ ਨੂੰ ਇਹ ਜਿਹੜੇ ਬਿੱਲ ਹੈਗੇ ਆ ਇਹ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤੇ ਗਏ ਸੀਗੇ ਔਰ ਫਟਾਫਟ ਇਹਨਾਂ ਨੂੰ ਪਾਸ ਕਰ ਦਿੱਤਾ ਗਿਆ ਸੀਗਾ। ਤੇ ਕਿਸਾਨ ਆਰਗੇਨਾਈਜੇਸ਼ਨਾਂ ਜਿਹੜੀਆਂ ਉਦੋਂ ਤੋਂ ਹੀ ਸਤਰਕ ਨੇ, ਉਦੋਂ ਤੋਂ ਹੀ ਐਕਟਿਵ ਨੇ ਔਰ ਉਹ ਨਵੰਬਰ ਤੱਕ 25 ਨਵੰਬਰ ਤੱਕ ਪੰਜਾਬ ਦੇ ਵਿੱਚ ਸੰਘਰਸ਼ ਕਰਦੀਆਂ ਰਹੀਆਂ ਕਿਸਾਨ ਜਥੇਬੰਦੀਆਂ, ਜਿਨ੍ਹਾਂ ਦੇ ਵਿੱਚ ਉਹਨਾਂ ਦੇ ਵੱਖਰੇ ਵੱਖਰੇ ਜਿਹੜੇ ਸੰਘਰਸ਼ ਦੇ ਰੂਪ ਆ ਉਹ ਸ਼ਾਮਲ ਸੀਗੇ। ਪਹਿਲਾਂ 8 ਆਰਗੇਨਾਈਜੇਸ਼ਨਾਂ ਇਕੱਠੀਆਂ ਹੋਈਆਂ, ਫਿਰ 10, ਫਿਰ ਹੌਲੀ ਹੌਲੀ 32 ਹੋ ਗਈਆਂ ਤੇ ਰੇਲਾਂ ਰੋਕਦੇ ਰਹੇ, ਜਿਹੜੇ ਮਾਲ ਸੀਗੇ ਉਹਨਾਂ ਤੇ ਧਰਨੇ ਦਿੰਦੇ ਰਹੇ, ਜਿਹੜੇ ਟੋਲ ਪਲਾਜ਼ੇ ਸੀਗੇ ਉਹਨਾਂ ਨੂੰ ਫ੍ਰੀ ਕਰਦੇ ਰਹੇ। ਤੇ ਜਦੋਂ ਕੇਂਦਰ ਸਰਕਾਰ ਨੇ ਕੋਈ ਹੁੰਗਾਰਾ ਨਾ ਦਿੱਤਾ ਤਾਂ ਫਿਰ ਉਹਨਾਂ ਨੇ ਇਹ ਸੋਚਿਆ ਕਿ ਵੀ ਹੁਣ ਆਪਾਂ ਆਪਣਾ ਜਿਹੜਾ ਸੰਘਰਸ਼ ਹੈਗਾ ਉਹਨੂੰ ਕੇਂਦਰ ਦੇ ਵਿੱਚ ਲੈ ਚਲੀਏ, ਯਾਨੀ ਕਿ ਦਿੱਲੀ ਲੈ ਚਲੀਏ। ਤੇ ਉਹ ਬਾਕੀ ਸਾਰਾ ਦਰਸ਼ਕਾਂ ਨੂੰ ਪਤਾ ਹੀ ਆ, ਬਾਰ-ਬਾਰ ਉਹੀ ਗੱਲਾਂ ਕਰਨੀਆਂ ਪੈਂਦੀਆਂ ਕਿ ਇਹ 26 ਨਵੰਬਰ ਨੂੰ ਦਿੱਲੀ ਤੋਂ ਸੰਘਰਸ਼ ਸ਼ੁਰੂ ਹੋ ਗਿਆ ਤੇ ਇਸ ਦੇ ਵਿੱਚ ਬਹੁਤ ਵੱਡਾ ਮੋੜ ਜਿਹੜਾ ਹੈਗਾ ਉਹ 26 ਜਨਵਰੀ ਨੂੰ ਆਇਆ, ਜਦੋਂ ਕੁਝ ਸ਼ਰਾਰਤੀ ਅਨਸਰਾਂ ਨੇ, ਕੁਝ ਮਿਸਗਾਈਡਡ ਅਨਸਰਾਂ ਨੇ, ਕੁਝ ਮਿਸ ਇਨਫਾਰਮਡ ਅਨਸਰਾਂ ਨੇ, ਕੁਝ ਭੋਲੇ ਭਾਲੇ ਜਿਹੜੇ ਮਿਸਗਾਈਡ ਹੋ ਗਏ, ਉਹਨਾਂ ਦੇ ਵਿੱਚ ਬਹੁਤ ਉਸ ਦਿਨ ਜਿਹੜਾ ਹੈ ਬੜਾ ਇੱਕ ਸੰਘਰਸ਼ ਨੂੰ ਪੁੱਠਾ ਗੇੜ ਦੇਣ ਵਾਲਾ ਦਿਨ ਸੀਗਾ ਉਹ। ਤੇ 27 ਤਰੀਕ ਨੂੰ ਕਾਫੀ ਜਿਹੜਾ ਲੋ ਐਬ ਤੇ ਚਲਾ ਗਿਆ, ਲਗਭਗ 0 ਤੇ ਚੱਲ ਗਿਆ, ਇੱਦਾਂ ਲੱਗਿਆ ਕਿ ਜਿੱਦਾਂ ਸੰਘਰਸ਼ ਖਤਮ ਹੋ ਜਾਏਗਾ। ਪਰੰਤੂ ਜਦੋਂ ਟਕੈਤ ਹੋਰਾਂ ਨੇ ਅਪੀਲ ਕੀਤੀ ਭਾਵਕ ਹੋ ਕੇ, ਉਹਨਾਂ ਦੀਆਂ ਅੱਖਾਂ 'ਚੋਂ ਹੰਝੂ ਡਿੱਗੇ, ਤਾਂ ਉਹ ਹੰਝੂ ਜਿਹੜੇ ਆ ਉਹਨਾਂ ਨੇ ਇੱਕ ਸੈਲਾਬ ਦੀ ਸ਼ਕਲ ਧਾਰਨ ਕਰ ਲਈ, ਇੱਕ ਇਨਕਲਾਬ ਦੀ ਸ਼ਕਲ ਧਾਰਨ ਕਰ ਲਈ। ਤੇ ਯੂਪੀ ਹਰਿਆਣੇ ਦੇ ਲੋਕ ਜਿਹੜੇ ਹੈਗੇ ਆ ਉਹ ਵੀ ਹੁਮ ਹਮਾ ਕੇ ਪਹੁੰਚ ਗਏ। ਹੁਣ ਜਿਹੜਾ ਤੁਸੀਂ ਸਵਾਲ ਕਰਦੇ ਹੋ ਕਿ ਬਈ ਇਹਦੀ ਜਿਹੜਾ ਕਾਲੇ ਝੰਡੇ ਝੁਲਾ ਕੇ, ਯਾਨੀ ਇਹਨੂੰ ਬਲੈਕ ਡੇ ਕਹਿ ਲਓ, ਕਾਲਾ ਦਿਵਸ ਜਿਹੜਾ ਮਨਾਇਆ ਜਾਣਾ ਇੰਡੀਆ ਦੇ ਵਿੱਚ ਤਾਂ ਅੱਜ ਸ਼ੁਰੂ ਹੋ ਗਿਆ, ਉੱਥੇ 26 ਤਰੀਕ ਚੜ੍ਹ ਪਈ ਆ। ਤੇ ਸਾਰੇ ਹਿੰਦੁਸਤਾਨ ਭਰ ਵਿੱਚ ਇਹ ਸੱਦਾ ਦਿੱਤਾ ਗਿਆ ਕਿਸਾਨ ਜਥੇਬੰਦੀਆਂ ਵੱਲੋਂ ਔਰ ਇਹਨੂੰ ਭਾਰਤ ਦੀਆਂ ਪ੍ਰਮੁੱਖ 12 ਪੋਲੀਟੀਕਲ ਪਾਰਟੀਆਂ ਜਿਹੜੀਆਂ ਆ ਉਹਨਾਂ ਨੇ ਵੀ ਸਪੋਰਟ ਕਰ ਦਿੱਤਾ ਆ। ਤੇ ਇਸ ਤਰੀਕੇ ਨਾਲ ਇਹ ਇੱਕ ਬਹੁਤ ਵੱਡਾ ਇਤਿਹਾਸਕ ਐਕਸ਼ਨ ਆ ਜਿਹੜਾ ਕੱਲ੍ਹ ਨੂੰ ਭਾਰਤ ਦੇ ਵਿੱਚ ਵੇਖਣ ਨੂੰ ਮਿਲੇਗਾ। ਔਰ ਨਾਲ ਦੀ ਨਾਲ ਇਹਦੇ ਕੁਝ ਸੰਕੇਤ ਜਿਹੜੇ ਆ, ਜਿਹੜੀ ਆਰਗੇਨਾਈਜੇਸ਼ਨ ਆ ਕਿਸਾਨਾਂ ਦੀ, ਕਿ ਹਰਿਆਣੇ ਵਿੱਚ ਤੁਹਾਨੂੰ ਪਤਾ ਵੀ ਪਿਛਲੇ ਦਿਨੀ ਬਹੁਤ ਸਾਰੇ ਜਿਹੜੇ ਆ
ਕਿਸਾਨ ਉਹਨਾਂ ਦੇ ਉੱਤੇ ਲਾਠੀਚਾਰਜ ਕਰਕੇ, ਉਹਨਾਂ ਨੂੰ ਕੁੱਟਮਾਰ ਕਰਕੇ ਉਹਨਾਂ ਤੇ ਕੇਸ ਬਣਾਏ ਸੀਗੇ। ਜੀ ਹਿਸਾਰ ਵਾਲੀ ਘਟਨਾ ਦਾ ਜ਼ਿਕਰ ਕਰ ਰਹੇ ਹੋ, ਉਹ ਚ ਕਾਫੀ ਹਿਸਾਰ ਵਾਲੀ ਜਿਹੜੀ ਕਾਮਯਾਬੀ। ਘਟਨਾ ਹੈਗੀ ਆ, ਉਹ ਤੁਹਾਨੂੰ ਪਤਾ ਕਿ ਉਹ ਸਾਰੇ ਦੇ ਸਾਰੇ ਕੇਸ ਜਿਹੜੇ ਹੈਗੇ ਆ ਉਹ ਵਾਪਸ ਲੈ ਲਏ ਗਏ ਆ। ਹਾਂਜੀ ਸੋ ਜਿਹੜੀ ਭਾਵੇਂ ਕਿ ਇਹਦਾ ਜਿਹੜੀ ਸੰਯੁਕਤ ਕਿਸਾਨ ਮੋਰਚਾ ਉਹਦੇ ਨਾਲ ਸਿੱਧਾ ਸੰਬੰਧ ਨਹੀਂ ਹੈ, ਪਰ ਅਸਿੱਧਾ ਸੰਬੰਧ ਜ਼ਰੂਰ ਹੈਗਾ। ਔਰ ਜਿਹੜੀਆਂ ਪੋਲੀਟੀਕਲ ਪਾਰਟੀਆਂ ਭਾਰਤ ਦੀਆਂ ਇਸ ਬੰਦ ਤਾਂ ਇਹਨੂੰ ਬੰਦ ਹੀ ਕਹਿਣਾ ਚਾਹੀਦਾ, ਮਤਲਬ ਕਾਲਾ ਦਿਵਸ ਜਿਹੜਾ ਉਹ ਬਲੀਕ ਬੰਦ ਵੀ ਹੋ ਜਾਣਾ ਜਦੋਂ ਸਾਰੇ ਝੰਡੇ ਜਿਹੜੇ ਆ, ਮਤਲਬ ਸਾਰਿਆਂ ਨੇ ਹਰ ਘਰ ਦੇ ਉੱਤੇ, ਹਰ ਦੁਕਾਨ ਦੇ ਉੱਤੇ, ਹਰ ਫੀਲਡ ਦੇ ਵਿੱਚ ਕਾਲੇ ਝੰਡੇ ਜਿਹੜੇ ਆ ਉਹ ਬਲੈਕ ਡੇ ਮਨਾਇਆ ਜਾਣਾ। ਔਰ ਇਹ ਗਿੱਲ ਸਾਹਿਬ ਜਿਹੜਾ ਦਿਨ ਆ 26 ਮਈ ਦਾ, ਇਹ ਕੋਇਨਸਾਈਡ ਕਰਦਾ ਆ। ਇਹ 7 ਸਾਲ ਪਹਿਲਾਂ 2014 ਦੇ ਵਿੱਚ ਜਿਹੜੀ ਹੁਣ ਪ੍ਰਧਾਨ ਮੰਤਰੀ ਆ, ਇਹ ਉਦੋਂ ਪ੍ਰਧਾਨ ਮੰਤਰੀ ਬਣੇ ਸੀਗੇ, ਜਾਂ ਇਦਾਂ ਕਹ ਲਓ ਕਿ ਮੋਦੀ ਦੇ ਤੇ ਬੀਜੇਪੀ ਦੇ ਰਾਜ ਨੂੰ ਵੀ ਇਹ ਸਾਲਗਿਰਾ ਆ, ਉਹਨੂੰ 7 ਸਾਲ ਹੋ ਗਏ ਰਾਜ ਕਰਦਿਆਂ। ਤੇ ਇੱਕ ਬੰਨੇ ਤਾਂ ਉਹਨਾਂ ਦੇ ਜਸ਼ਨਾਂ ਦੀ ਗੱਲ ਹੈ ਕਿ ਉਹ ਆਪਣੀਆਂ ਪ੍ਰਾਪਤੀਆਂ ਦੱਸ ਕੇ, ਪ੍ਰਾਪਤੀਆਂ ਹੈ ਤਾਂ ਕੋਈ ਨਹੀਂ, ਪਰ ਪ੍ਰਾਪਤੀਆਂ ਦਾ ਰੌਲਾ ਪਾ ਕੇ ਇਹ ਦਿਨ ਮਨਾਉਣਗੇ। ਤੇ ਦੂਜੇ ਬੰਨੇ ਭਾਰਤ ਦੇ ਕਿਸਾਨ, ਭਾਰਤ ਦੇ ਲੋਕ, ਜਦੋਂ 12 ਪੋਲੀਟੀਕਲ ਪਾਰਟੀਆਂ ਜਿਹੜੀਆਂ ਉਹ ਬੈਕ ਤੇ ਆ ਗਈਆਂ, ਤਾਂ ਇੱਕ ਤਰੀਕੇ ਨਾਲ ਸਾਰੇ ਦਾ ਸਾਰਾ ਦੇਸ਼ ਜਿਹੜਾ ਹੈਗਾ ਉਹ ਬਲੈਕ ਡੇ ਮਨਾ ਰਿਹਾ ਜੀ, ਕਾਲੇ ਝੰਡੇ ਜਿਹੜੇ ਆ ਉਹ ਦਿਖਾ ਰਿਹਾ ਹੈਗਾ। ਤੇ ਇਹਦੇ ਨਾਲ ਡੈਫੀਨੇਟਲੀ ਜਦੋਂ ਰਾਜਨੀਤਿਕ ਪਾਰਟੀਆਂ ਕਿਸਾਨਾਂ ਦੀ ਹਮਾਇਤ ਦੇ ਉੱਤੇ ਆਈਆਂ ਤੇ ਫਿਰ ਉਹਨਾਂ ਦੀ ਤਾਕਤ ਜਿਹੜੀ ਆ ਉਹ ਕੁਦਰਤੀ ਤੌਰ ਦੇ ਉੱਤੇ ਵਧੇਗੀ। ਜੀ ਪ੍ਰੋਫੈਸਰ ਸਾਹਿਬ, ਸਭ ਤੋਂ ਵੱਡੀ ਗੱਲ ਤੇ ਜਿਹੜੀ ਖਬਰ ਇਹ ਆ ਕਿ 12 ਪਾਰਟੀਆਂ ਨੇ ਚਿੱਠੀ ਲਿਖੀ ਆ ਕੇਂਦਰ ਸਰਕਾਰ ਨੂੰ ਰਲ ਕੇ। ਇਸ ਤੋਂ ਪਹਿਲਾਂ ਵੀ ਵੈਸੇ ਚਿੱਠੀ ਪੱਤਰ ਤੇ ਚੱਲਦਾ ਰਿਹਾ, ਕਾਂਗਰਸ ਨੇ ਪਹਿਲਾਂ ਵੀ ਇੱਕ ਹੱਲਾ ਮਾਰਿਆ ਸੀਗਾ, ਔਰ ਪੰਜਾਬ ਦੇ ਮੁੱਖ ਮੰਤਰੀ ਦੇ ਚਿੱਠੀਆਂ ਲਿਖੀ ਜਾਂਦੇ ਨੇ ਕਿ ਇਹ ਜਿਹੜੀ ਚਿੱਠੀਆਂ ਦੀ ਸਿਆਸਤ ਆ, ਇਹ ਜਿਹੜੀ ਆ ਕੋਈ ਇਹੋ ਜੀ ਸਰਕਾਰ ਦੇ ਅੱਗੇ ਕੋਈ ਮਾਇਨੇ ਰੱਖਦੀ ਆ? ਕੀ ਹੁਣ ਲੱਗਦਾ ਨਹੀਂ ਕਿ ਜੇ ਉਹ ਸੱਚੀ ਮੁੱਚੀ ਕਿਸਾਨ ਹਿੱਤ ਵਿੱਚ ਖੜਦੀਆਂ ਨੇ ਪਾਰਟੀਆਂ, ਜਿਹੜਾ ਅਸੀਂ ਸਮਝਦੇ ਹਾਂ ਕਿ ਉਹ ਦਿਖਾਵਾ ਕਰਦੀਆਂ ਨੇ, ਪਾਰਟੀਆਂ ਕਿਸਾਨਾਂ ਦੇ ਹਿੱਤਾਂ ਵਿੱਚ ਨਹੀਂ, ਭਾਵੇਂ ਉਹ ਕਾਂਗਰਸ ਹੋਵੇ ਜਾਂ ਹੋਰ ਪਾਰਟੀਆਂ ਹੋਣ, ਇੱਕਾ ਦੁੱਕਾ ਪਾਰਟੀਆਂ ਅਸੀਂ ਕਹਿ ਸਕਦੇ ਹਾਂ ਜਿਹੜੀਆਂ ਖੇਤਰੀ ਪਾਰਟੀਆਂ ਨੇ, ਉਹ ਭਾਵੇਂ ਕਿਸਾਨਾਂ ਦੇ ਨਾਲ ਹਮਦਰਦੀ ਰੱਖਦੀਆਂ ਹੋਣ, ਉਹਨਾਂ ਦੇ ਵੀ ਆਪਣੇ ਮੰਤਵ ਹੋ ਸਕਦੇ ਨੇ, ਪਰ ਜਿਹੜਾ ਵੱਡੀਆਂ ਪਾਰਟੀਆਂ ਦਾ ਕੰਮ ਕਰਨ ਦਾ ਤਰੀਕਾ ਆ, ਕਾਰਪੋਰੇਟ ਨਾਲ ਸਿੱਝਣ ਦਾ ਤਰੀਕਾ, ਉਹਨਾਂ ਕੋਲ ਫੰਡ ਲੈਣ ਦਾ ਤਰੀਕਾ, WTO ਜਿਹੜੀ ਆ ਉਹਦੇ ਦੀਆਂ ਜਿਹੜੀਆਂ ਸ਼ਰਤਾਂ ਨੇ ਉਹਨਾਂ ਨੂੰ ਮੰਨਣ ਜਾਂ ਨਾ ਮੰਨਣ ਦਾ ਤਰੀਕਾਕਾਰ ਹੈ, ਉਹ 'ਚ ਕੋਈ ਬਹੁਤਾ ਫਰਕ ਨਹੀਂ ਆ। ਜੇਕਰ ਆਪਾਂ ਸਮਝਦੇ ਹਾਂ ਕਿ ਇਹ ਪੋਲੀਟੀਕਲ ਪਾਰਟੀਆਂ ਸੱਚਮੁੱਚ ਹੀ ਆਪਣਾ ਮਨ ਬਦਲ ਕੇ ਹੁਣ ਕਿਸਾਨਾਂ ਦੇ ਹਿੱਤਾਂ ਨੂੰ ਪਹਿਲ ਦੇਣ ਦੀ ਗੱਲ ਕਰ ਰਹੀਆਂ, ਤੇ ਕੀ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਸੰਘਰਸ਼ ਵੱਡਾ ਨਹੀਂ ਵੱਢਣਾ ਚਾਹੀਦਾ? ਕੋਈ ਐਸੀ ਕਾਲ ਆਪਣੇ ਲੈਵਲ ਤੇ ਨਹੀਂ ਦੇਣੀ ਚਾਹੀਦੀ? ਜਾਂ ਭਾਵੇਂ ਕਿ ਕਰੋਨਾ ਦਾ ਚੱਕਰ ਹੈ, ਰੈਲੀਆਂ ਬੰਦ ਨੇ, ਪਰ ਕੋਈ ਨਾ ਕੋਈ ਤਰੀਕਾਕਾਰ ਐਸਾ ਕੱਢ ਕੇ ਜਿਹਦੇ ਨਾਲ ਸਰਕਾਰ ਨੂੰ ਗੋਡੇ ਟੇਕਣ ਲਈ ਮਜਬੂਰ ਕੀਤਾ ਜਾਵੇ ਔਰ ਦੱਸਿਆ ਜਾਵੇ ਕਿ ਭਾਰਤ ਦੀ ਸਾਰੀ ਆਪੋਜੀਸ਼ਨ ਜਿਹੜੀ ਆ ਉਹ ਕਿਸਾਨਾਂ ਦੇ ਨਾਲ ਖੜੀ ਆ। ਕੀ ਇਹ ਚਿੱਠੀ ਪੱਤਰ ਵਾਲਾ ਜਿਹੜਾ ਢੰਗ ਤਰੀਕਾ ਆ ਇਹ ਇਫੈਕਟਿਵ ਹੈ ਕਿਤੇ ਕਿ ਨਹੀਂ? ਸਭ ਤੋਂ ਪਹਿਲਾਂ ਗਿੱਲ ਸਾਹਿਬ ਜਿਹੜੀ ਇੰਟਰੈਕਸ਼ਨ ਹੁੰਦੀ ਆ ਨਾ, ਉਹ ਚਿੱਠੀ ਪੱਤਰ ਨਾਲ ਹੀ ਹੁੰਦੀ ਆ। ਤੇ ਕਿਸਾਨਾਂ ਨੇ ਵੀ ਬੇਨਤੀ ਕੀਤੀ ਆ ਭਾਰਤ ਸਰਕਾਰ ਨੂੰ ਕਿ ਭਾਈ ਇਹ ਮਸਲਾ ਜਿਹੜਾ ਇਹਦੇ ਤੇ ਵਿਚਾਰ ਕਰੋ। ਤੇ ਦੂਸਰੀ ਗੱਲ ਜਿਹੜੀ ਆ, ਪੋਲੀਟੀਕਲ ਪਾਰਟੀਆਂ ਜਿਹੜੀਆਂ ਆ ਉਹ ਇਸ ਐਕਸ਼ਨ ਦੀ ਸਪੋਰਟ ਦੇ ਵਿੱਚ ਜੇ ਆਈਆਂ ਆ ਤਾਂ ਇਹ ਇੱਕ ਵੈਲਕਮ ਸਟੈਪ ਆ। ਪਹਿਲੇ ਹੱਲੇ ਦੇ ਵਿੱਚ ਹੀ ਉਹਨਾਂ ਤੋਂ ਇਹ ਤਵੱਕੋ ਨਹੀਂ ਕੀਤੀ ਜਾ ਸਕਦੀ ਕਿ ਉਹ ਕਿਸਾਨਾਂ ਦੇ ਨਾਲ ਕਿਸਾਨਾਂ ਵਾਂਗ ਹੀ ਸੰਘਰਸ਼ ਕਰਨ ਲੱਗ ਜਾਣ, ਪਰੰਤੂ ਇਹ ਇੱਕ ਪੋਜ਼ਿਟਿਵ ਡਿਵੈਲਪਮੈਂਟ ਹੈਗੀ ਆ ਕਿ ਦੇਸ਼ ਦੀਆਂ ਜਿਹੜੀਆਂ ਮੁੱਖ ਵਿਰੋਧੀ ਪਾਰਟੀਆਂ ਆ ਉਹ ਸਾਰੀਆਂ ਦੀਆਂ ਸਾਰੀਆਂ ਕਿਸਾਨਾਂ ਦੀ ਹਮਾਇਤ ਤੇ ਆਈਆਂ ਆ। ਔਰ ਜਿਹੜੀ ਅਗਲੀ ਗੱਲ ਆ ਕਿ ਉਹ ਕਿਸਾਨਾਂ ਦੀ ਹਮਾਇਤ ਚਿੱਠੀ ਪੱਤਰ ਤੋਂ ਗਾਂਹ ਜਾ ਕੇ ਕਿਵੇਂ ਕਰਨ, ਕਿਸ ਕਿਸਮ ਦਾ ਐਕਸ਼ਨ ਦੇਣ, ਉਹ ਮੇਰਾ ਖਿਆਲ ਇਹ ਆ ਵੀ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੀ ਕੋਈ ਪੋਸੀਬਿਲਿਟੀ ਬਣ ਜਾਵੇ। ਕਿਉਂਕਿ ਹੁਣ ਤੱਕ ਜਿਹੜੇ ਕਿਸਾਨ ਆ, ਸੰਯੁਕਤ ਕਿਸਾਨ ਮੋਰਚਾ ਆ, ਉਹ ਇਹ ਕਹਿੰਦੇ ਰਹੇ ਆ ਕਿ ਅਸੀਂ ਹਮਾਇਤ ਲਵਾਂਗੇ, ਪਰੰਤੂ ਅਸੀਂ
ਕਿਸੇ ਨਾਲ ਸਟੇਜ ਸਾਂਝੀ ਨਹੀਂ ਕਰਾਂਗੇ। ਕੋਈ ਰਾਜਨੀਤੀ ਵਾਲਾ ਜਿਹੜਾ ਰਾਜਨੀਤੀਵਾਨ ਰਾਜਨੀਤਿਕ ਨੇਤਾ ਉਹ ਸਾਡੀ ਸਟੇਜ ਤੇ ਆ ਕੇ ਬੋਲ ਨਹੀਂ ਸਕਦਾ। ਸੋ ਮੈਨੂੰ ਲੱਗਦਾ ਇਹ ਆ ਬਈ ਕਿ ਜਿਹੜਾ ਹੁਣ ਇਹ ਮਤਲਬ 26 ਮਈ ਵਾਲਾ ਬਲੈਕ ਡੇ ਵਾਲਾ ਐਕਸ਼ਨ ਆ, ਇਹਦੇ ਵਿੱਚ ਕੁਛ ਨਾ ਕੁਛ ਕੋਆਰਡੀਨੇਸ਼ਨ ਹੋਣ ਦੀ ਸੰਭਾਵਨਾ ਆ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਤੁਸੀਂ ਆਪਣੇ ਮਨ ਦੇ ਵਿੱਚ ਭਾਵਨਾ ਰੱਖਦੇ ਆ ਕਿ ਇਹ ਕੇਵਲ ਚਿੱਠੀ ਪੱਤਰ ਲਿਖ ਲਿਖ ਕੇ ਹੀ ਗੁਜ਼ਾਰਾ ਕਰਦੇ ਆ, ਸ਼ਾਇਦ ਇਸ ਤੋਂ ਅੱਗੇ ਵੀ ਉਹਨਾਂ ਦੇ ਜਾਣ ਦੀ ਸੰਭਾਵਨਾ ਬਣਦੀ ਆ। ਕਿਉਂਕਿ ਕਿਸਾਨ ਅੰਦੋਲਨ ਜਿਹੜਾ ਉਹ ਕਿਉਂਕਿ ਸਾਰੇ ਦੇਸ਼ ਦੇ ਵਿੱਚ ਫੈਲ ਗਿਆ, ਤੇ ਕੋਈ ਵੀ ਪੋਲੀਟੀਕਲ ਪਾਰਟੀ ਜਿਹੜੀ ਆ ਉਹ ਹੁਣ ਇਹਨੂੰ ਇਗਨੋਰ ਕਰਨ ਦੀ ਪੋਜੀਸ਼ਨ ਵਿੱਚ ਨਹੀਂ ਹੈ। ਤੇ ਜੇ ਕੋਈ ਮੂੰਹ ਜ਼ਬਾਨੀ ਪਾਰਟੀਆਂ ਜਿਹੜੀਆਂ ਸਪੋਰਟ ਕਰਦੀਆਂ ਉਹਨਾਂ ਦਾ ਵੀ ਪਤਾ ਲੱਗ ਜਾਂਦਾ, ਜਿਹੜੀਆਂ ਕੋਈ ਹਮਾਇਤ ਪ੍ਰੈਕਟੀਕਲੀ ਕਰਨੀਆਂ ਚਾਹੁੰਦੀਆਂ ਉਹਨਾਂ ਦਾ ਵੀ ਪਤਾ ਲੱਗ ਜਾਏਗਾ। ਸੋ ਇਹ ਮੈਨੂੰ ਮਹਿਸੂਸ ਹੁੰਦਾ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਤੇ ਇਹ ਪੋਲੀਟੀਕਲ ਪਾਰਟੀਆਂ ਦੀ ਕੁਛ ਨਾ ਕੁਛ ਕੋਆਰਡੀਨੇਸ਼ਨ ਹੋਣ ਦੀ ਸੰਭਾਵਨਾ ਜ਼ਰੂਰ ਬਣਦੀ ਆ। ਪ੍ਰੋਫੈਸਰ ਸਾਹਿਬ, ਜਦੋਂ ਕਿਸਾਨ ਜਥੇਬੰਦੀਆਂ ਨੇ ਚਿੱਠੀ ਲਿਖੀ ਸੀ ਪਿਛਲੇ ਦਿਨੀ ਤੇ ਬੜੀ ਚਰਚਾ ਰਹੀ ਮੀਡੀਆ ਦੇ ਵਿੱਚ, ਖਾਸ ਕਰਕੇ ਜਿਹੜਾ ਨਵਾਂ ਜੰਮਿਆ ਸਾਡਾ ਮੀਡੀਆ ਪੰਜਾਬ ਵਿੱਚ ਜਿਹੜਾ ਸੀਗਾ, ਜਿਹੜਾ ਕਹਿੰਦਾ ਕਿ ਅਸੀਂ ਕਿਸਾਨ ਮੂਵਮੈਂਟ ਦੇ ਨਾਲ ਆ, ਹਾਲਾਂਕਿ ਕਿਤੇ ਕਿਤੇ ਉਹਨਾਂ ਦਾ ਵੀ ਕਿਰਦਾਰ ਜਿਹੜਾ ਵਾ ਉਹ ਜਿਹੜਾ ਕੇਂਦਰੀ ਮੀਡੀਆ ਜਿਹਨੂੰ ਨੈਸ਼ਨਲ ਮੀਡੀਆ ਦਾ ਨਾਂ ਦਿੰਦੇ ਆ, ਵੈਸੇ ਮੈਂ ਤੈਨੂੰ ਕਦੀ ਨੈਸ਼ਨਲ ਮੀਡੀਆ ਮੰਨਦਾ ਨਹੀਂ, ਉਹਨੂੰ ਹਿੰਦੀਆ ਮੀਡੀਆ ਹੀ ਕਹਿਣਾ ਚਾਹੀਦਾ, ਹਿੰਦੀ ਦਾ ਹੀ ਮੀਡੀਆ, ਨੈਸ਼ਨਲ ਮੀਡੀਆ ਵਾਲਾ ਤਾਂ ਉਹਨਾਂ 'ਚ ਕੋਈ ਗੁਣ ਹੈ ਨਹੀਂ, ਉਹਨਾਂ ਵਾਂਗੂ ਹੀ ਬਿਹੇਵ ਕਰਨ ਲੱਗਿਆ ਆ। ਔਰ ਕਈ ਤਰ੍ਹਾਂ ਦੀਆਂ ਖਬਰਾਂ ਵਿੱਚੋਂ ਪੁਣ ਕੇ ਛਣ ਕੇ ਬਾਹਰ ਆ ਰਹੀਆਂ ਸੀਗੀਆਂ ਕਿ ਅੰਦਰ ਖਾਤੇ ਜਿਹੜੀ ਬੈਕਡੋਰ ਡਿਪਲੋਮੈਸੀ ਹੁੰਦੀ ਆ ਉਹ ਚੱਲਦੀ ਰਹੀ ਆ, ਤੇ ਜਿਹੜੀ ਚਿੱਠੀ ਲਿਖੀ ਗਈ ਆ ਐਵੇਂ ਨਹੀਂ ਲਿਖੀ ਗਈ, ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਮੀਟਿੰਗ ਹੋਣੀ ਆ ਉਹਦੇ ਵਿੱਚ ਕੋਈ ਨਾ ਕੋਈ ਮੁੱਦਾ ਸੋਲਵ ਹੋ ਜਾਣਾ। ਪਰ ਜਿਹੜੀ ਕੇਂਦਰ ਸਰਕਾਰ ਆ, ਜੇਕਰ ਇਦਾਂ ਦਾ ਕੋਈ ਵੀ ਉਹਨੇ ਹਿੰਟ ਅਜੇ ਤੱਕ ਨਹੀਂ ਦਿੱਤਾ, ਕੋਈ ਵੀ ਉਹਨਾਂ ਨਾ ਤੇ ਚਿੱਠੀ ਦਾ ਜਵਾਬ ਦਿੱਤਾ, ਨਾ ਉਹਨਾਂ ਕੋਈ ਪੋਜ਼ਿਟਿਵ ਕੋਈ ਉਹਦਾ ਇਸ ਤਰ੍ਹਾਂ ਦਾ ਇਸ਼ਾਰਾ ਕੀਤਾ ਜਿੱਤੋਂ ਇਹ ਲੱਗੇ ਕਿ ਉਹ ਸੱਚਮੁੱਚ ਹੀ ਗੱਲਬਾਤ ਕਰਨ ਲਈ ਤਿਆਰ ਹੈ। ਮੈਨੂੰ ਤਾਂ ਕਿਤੇ ਕਿਤੇ ਐਂ ਲੱਗਦਾ ਕਿ ਅਜੇ ਵੀ ਉਹ ਤੋਲ ਤਕਾਂਤ ਕਰ ਰਹੇ ਨੇ ਕਿ ਕਿਸਾਨ ਮੋਰਚੇ ਦੀ ਅਸਲ 'ਚ ਹਸੀਅਤ ਕਿੰਨੀ ਕਿਆ, ਇਹ ਕਿੰਨਾ ਕੁ ਸਾਡਾ ਹੋਰ ਨੁਕਸਾਨ ਕਰ ਸਕਦਾ। ਮੰਨ ਲਓ ਯੂਪੀ ਦੀ ਇਲੈਕਸ਼ਨ ਆਉਣੀ ਆ, ਪੰਜਾਬ ਦੀ ਇਲੈਕਸ਼ਨ 'ਤੇ ਉਹਨਾਂ ਦਾ ਕੋਈ ਬਹੁਤਾ ਰੋਲ ਨਹੀਂ ਹੈ, ਉਹ ਸਾਰੀਆਂ ਚੀਜ਼ਾਂ ਦੀ ਕੈਲਕੂਲੇਸ਼ਨ ਚੁਲਝੇ ਹੋਏ ਨੇ। ਤੇ ਦੂਜੇ ਪਾਸੇ ਅੱਜ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਵੀ ਕਿਸਾਨ ਆਗੂਆਂ ਨੂੰ ਨੋਟਿਸ ਦੇ ਦਿੱਤਾ ਗਿਆ ਕਿ ਜਿਹੜਾ ਕੋਵਿਡ ਦੇ ਮਾਹੌਲ ਦੇ ਵਿੱਚ ਤੁਸੀਂ ਜਿਹੜੇ ਆ ਮਨੁੱਖਾਂ ਦੀਆਂ ਜਾਨਾਂ ਗਵਾਉਣ ਲਈ ਇੱਥੇ ਬੈਠੇ ਹੋ, ਇਸ ਤਰ੍ਹਾਂ ਦੀ ਕੋਈ ਕਾਰਵਾਈ ਸੁਣਨ 'ਚ ਆ ਰਹੀ ਆ। ਸੋ ਸਰਕਾਰ ਦਾ ਜਿਹੜਾ ਕੋਈ ਬਦਲਿਆ ਹੋਇਆ ਐਟੀਟਿਊਡ ਨਜ਼ਰ ਨਹੀਂ ਆ ਰਿਹਾ, ਤੁਸੀਂ ਇਹਦੇ ਬਾਰੇ ਕਿਸ ਤਰ੍ਹਾਂ ਦੇ ਆਸਵੰਦ ਹੋ? ਦੇਖੋ ਜੀ, ਸਰਕਾਰ ਜਿਹੜੀ ਆ ਉਹ ਦੋਨੇ ਹੀ ਜਿਹੜੇ ਆ ਤਰੀਕੇ ਵਰਤਦੀ ਹੈਗੀ ਆ। ਇਹਦੇ 'ਚ ਵੀ ਕਾਫੀ ਹੱਦ ਤੱਕ ਸੱਚਾਈ ਆ ਕਿ ਅੰਦਰ ਖਾਤੇ ਉਹਨਾਂ ਦੀ ਗੱਲਬਾਤ ਚੱਲਦੀ ਆ। ਸਰਕਾਰ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਕਿ ਜਿਹੜੀ ਕਿਸਾਨਾਂ ਨੇ ਚਿੱਠੀ ਲਿਖੀ ਆ ਉਹਦੇ ਵਿੱਚ ਵੀ ਕੋਈ ਸਰਕਾਰ ਦਾ ਹੁੰਗਾਰਾ ਉਹਦੇ ਵਿੱਚ ਉਹਨਾਂ ਨੂੰ ਲੱਗਦਾ ਆ ਭਈ ਸਰਕਾਰ ਹੁਣ ਕਿਸਾਨਾਂ ਨੂੰ ਕਿੱਦਾਂ ਸੱਦੇ, ਵੀ ਕਿਸਾਨ ਕਹਿਣ ਭਈ ਗੱਲਬਾਤ ਕਰੀਏ ਤੇ ਇਹਦੇ ਨਾਲ ਸਾਡਾ ਨੱਕ ਨਮੂਜ ਜਿਹੜਾ ਉਹ ਰਹਿੰਦਾ ਆ। ਇਹ ਵੀ ਇੱਕ ਸੰਭਾਵਨਾ ਹੈਗੀ ਆ। ਤੇ ਦੂਜੇ ਬੰਨੇ ਇਹ ਆ ਕਿ ਸਰਕਾਰ ਜਿਹੜੀ ਆ ਨਾ ਜੀ, ਉਹ ਸਰਕਾਰ ਹੀ ਹੁੰਦੀ ਆ। ਗੌਰਮੈਂਟ ਨੂੰ ਕਹਿੰਦੇ ਆ ਜੀ ਜਿਹੜੀ ਮਿੰਟ ਮਿੰਟ ਤੇ ਗੌਰ ਕਰਦੀ ਆ, ਤੇ ਉਹ ਹਰ ਜਿਹੜਾ ਸਿੱਕਾ ਨਾ ਉਹਨੂੰ ਤੋਲ ਕੇ ਦੇਖਦੀ ਆ। ਔਰ ਇਹ ਤੁਹਾਡੀ ਗੱਲ ਠੀਕ ਹੋ ਸਕਦੀ ਆ ਕਿ ਉਹ ਕਿਸਾਨਾਂ ਦਾ ਦਮ ਅਜੇ ਹੋਰ ਦੇਖਣਾ ਚਾਹੁੰਦੇ ਹੋਣ, ਪਰੰਤੂ ਜਿਹੜੇ ਹਾਲਾਤ ਬਣ ਗਏ ਆ, ਇਹਨਾਂ ਹਾਲਾਤ ਦੇ ਵਿੱਚ ਫੀਲ ਇਹ ਹੁੰਦਾ ਹੈਗਾ ਕਿ ਸਰਕਾਰ ਜਿਹੜੀ ਆ ਉਹ ਹੁਣ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੀ ਆ ਉਹ ਕਾਫੀ ਆਈਸੋਲੇਟਡ ਆ। ਔਰ ਈਵਨ ਕਿ ਜਿਹੜਾ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੀ ਜਿਹੜੀ ਜੋੜੀ ਆ ਉਹ ਵੀ ਉਨੀ ਮਜ਼ਬੂਤ ਨਹੀਂ ਹੈ। ਹੁਣ ਪਾਰਟੀ ਦੇ ਅੰਦਰੋਂ ਵੀ ਕਾਫੀ ਦਬਾਅ ਹੈਗਾ। ਵੱਖਰੀ ਗੱਲ ਆ ਵੀ ਉਹ ਬਾਹਰ ਨਹੀਂ ਆਉਂਦਾ ਹੈਗਾ। ਔਰ ਬੀਜੇਪੀ ਦਾ ਬਹੁਤ ਵੱਡਾ ਇੱਕ ਲੀਡਰ ਜਿਹੜਾ ਯਸ਼ਵੰਤ ਸਿਨਹਾ, ਉਹ ਬੀਜੇਪੀ ਨੂੰ ਛੱਡ ਕੇ TMC ਦੇ ਵਿੱਚ ਸ਼ਾਮਲ ਹੋ ਗਿਆ, ਮਮਤਾ ਬੈਨਰਜੀ ਵਾਲੀ ਪਾਰਟੀ ਦੇ ਵਿੱਚ। ਔਰ ਹੁਣ ਤੁਸੀਂ ਇਹ ਦੇਖੋ ਕਿ ਜਿਹੜਾ ਕਿਸਾਨ ਮੋਰਚਾ ਆ ਉਹਨਾਂ ਨੇ ਆਪਣਾ ਹੱਥ ਛੱਡਿਆ ਨਹੀਂਗਾ, ਉਹ ਉਸੇ ਤਰ੍ਹਾਂ ਹੀ ਆਪਣੇ ਇਰਾਦੇ ਤੇ ਦ੍ਰਿੜ ਨੇ। ਤੇ ਨਾਲ ਦੀ ਨਾਲ ਬਾਰ-ਬਾਰ ਆਪਾਂ ਨੂੰ ਗੱਲ ਕਰਨੀ ਪੈਂਦੀ ਆ ਕਿ ਪੱਛਮੀ ਬੰਗਾਲ ਦੇ ਵਿੱਚ ਭਾਰਤ ਸਰਕਾਰ ਨੇ, ਬੀਜੇਪੀ ਨੇ, ਪ੍ਰਧਾਨ ਮੰਤਰੀ ਤੇ
ਗ੍ਰਹਿ ਮੰਤਰੀ ਨੇ ਨਿੱਜੀ ਤੌਰ ਦੇ ਉੱਤੇ ਪੂਰਾ ਜ਼ੋਰ ਲਾਇਆ ਸੀਗਾ ਕਿ ਅਸੀਂ ਜਿਹੜਾ ਬੰਗਾਲ ਹੈਗਾ ਇਹ ਜਿੱਤਣਾ ਆ। ਔਰ ਅਨਫਾਰਚੂਨੇਟਲੀ ਬੜੇ ਗਲਤ ਕਿਸਮ ਦੇ ਟਾਉਂਟ ਜਿਹੜੇ ਹੈਗੇ ਆ ਉਹ ਜਿਹੜੀ ਮਮਤਾ ਬੈਨਰਜੀ TMC ਦੀ ਲੀਡਰ ਆ ਔਰ ਹੁਣ ਬੰਗਾਲ ਦੀ ਮੁੱਖ ਮੰਤਰੀ ਆ, ਉਦੋਂ ਵੀ ਉਹ ਬੰਗਾਲ ਦੀ ਮੁੱਖ ਮੰਤਰੀ ਸੀਗੀ, ਉਹਨੂੰ ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਦੀਦੀ ਦੀਦੀ ਇਸ ਤਰ੍ਹਾਂ ਟਾਉਂਟ ਕਰਦੇ ਰਹੇ ਹੈਗੇ ਆ, ਉਹ ਮੇਰਾ ਖਿਆਲ ਇਹ ਆ ਵੀ ਇਹਨਾਂ ਦੀ ਜਿਹੜੀ ਸੀਗੀ ਨਾ ਬੜੀ ਭਈ ਅਸੀਂ ਇਹ ਕਿਲਾ ਜਿਹੜਾ ਉਹ TMC ਦਾ ਢਾਹ ਕੇ ਉੱਥੇ BJP ਨੇ ਆ ਜਾਣਾ, ਉਹ ਮੇਰਾ ਖਿਆਲ ਹਵਾ ਜਿਹੜੀ ਆ ਉਹ ਨਿਕਲ ਗਈ ਆ। ਇੱਕ ਗੱਲ। ਦੂਜੀ ਗੱਲ, ਜਿਹੜੀ 5 ਰਾਜਾਂ ਦੀ ਚੋਣ ਹੋਈ ਆ ਉਹਦੇ ਵਿੱਚ ਸਵਾਏ ਅਸਾਮ ਤੋਂ ਜਾਂ ਪਾਂਡੀਚੇਰੀ ਜਿਹੜੀ ਛੋਟੀ ਜੀ ਸਟੇਟ ਕੀ ਸਟੇਟ ਦਾ ਬੱਚਾ ਵੀ ਨਹੀਂ ਉਹ ਤਾਂ, ਤੇ ਉਹਨਾਂ ਦੇ ਵਿੱਚ ਜਿਹੜੀ ਹਾਰ ਹੋਈ ਆ, ਕੇਰਲ ਦੇ ਵਿੱਚ BJP ਦਾ ਕੁਝ ਨਹੀਂ ਬਣਿਆ, ਤਾਮਿਲਨਾਡੂ 'ਚ ਕੁਝ ਨਹੀਂ ਬਣਿਆ, ਤੇ ਬੰਗਾਲ ਜਿੱਥੇ ਸਾਰਾ ਜ਼ੋਰ ਲਾ ਰਿਹਾ ਸੀਗਾ ਉਹ ਡਾਊਨ ਆ ਗਏ ਆ। ਨਾਲ ਦੀ ਨਾਲ ਜਿਹੜੀਆਂ UP ਦੀਆਂ ਪੰਚਾਇਤ ਚੋਣਾਂ ਹੋਈਆਂ ਉਹਨਾਂ ਦੇ ਵਿੱਚ ਥੱਲੇ ਗਏ ਆ। ਹੁਣ ਇਹ ਸਾਹਮਣੇ ਦਿਸਦਾ ਆ ਭਈ UP ਦੀ ਚੋਣ ਹੋਣੀ ਆ, ਉੱਤਰਾਖੰਡ ਦੀ ਚੋਣ ਹੋਣੀ ਆ, ਔਰ ਇਹਨਾਂ ਕਿਸਾਨ ਸੰਘਰਸ਼ ਦਾ ਤੇ ਜਿਹੜੀਆਂ ਪੰਚਾਇਤ ਚੋਣਾਂ ਦੇ ਨਤੀਜੇ ਆ ਉਹਨਾਂ ਦਾ ਹੋਰ ਅਸਰ ਪੈਣਾ ਆ, ਤੇ BJP ਨੇ ਇਸ ਤੋਂ ਵੀ ਅੱਗੇ ਡਾਊਨ ਜਾਣਾ ਆ। ਇਹ ਵਿਚਾਰਾਂ ਜਿਹੜੀਆਂ ਆ ਇਹ BJP ਵੀ ਕਰ ਰਹੀ ਆ ਤੇ RSS ਵੀ ਕਰ ਰਹੀ ਆ। ਸੋ ਇਸ ਕਰਕੇ ਹੁਣ ਅੱਜ ਦੀ ਪੋਜੀਸ਼ਨ ਉਹ ਇਹ ਨਹੀਂ ਹੈ। ਔਰ ਬਹੁਤ ਸਾਰੇ ਜਿਹੜੇ ਆਬਜ਼ਰਵਰ ਆ ਉਹ ਮਹਿਸੂਸ ਕਰਦੇ ਆ ਕਿ 26 ਜਨਵਰੀ ਨੂੰ ਜਿਹੜੀ ਖੇਡ ਗਵਰਨਮੈਂਟ ਨੇ ਖੇਡੀ ਸੀਗੀ ਉਹਦੇ ਵਿੱਚ ਉਹ ਬੁਰੀ ਤਰ੍ਹਾਂ ਨਾਕਾਮ ਹੋਈ। ਉਹਨਾਂ ਨੇ ਆਪਣੇ ਜਿਹੜੇ ਏਜੰਟ ਹੈਗੇ ਆ, ਆਪਣੀਆਂ ਏਜੰਸੀਆਂ ਆ, ਉਹਨਾਂ ਨੂੰ ਵੀ ਵਰਤ ਕੇ ਦੇਖ ਲਿਆ, ਔਰ ਉਸ ਤੋਂ ਬਾਅਦ ਤੁਹਾਨੂੰ ਪਤਾ ਬਈ ਆਪਣੇ ਕੇਡਰ ਕੋਲੋਂ ਭਈ ਇਹ ਲੋਕਲ ਬੰਦੇ ਆ ਉਹਨਾਂ ਦੇ ਨਾਂ ਦੇ ਉੱਤੇ ਹਮਲੇ ਕਰਾ ਕੇ ਵੀ ਦੇਖ ਲਏ, ਤੇ ਕੰਡਿਆਂ ਦੀਆਂ ਤਾਰਾਂ ਜਿਹੜੀਆਂ ਲਾ ਕੇ ਦੇਖ ਲੀਆਂ, ਸੜਕਾਂ ਦੇ ਵਿੱਚ ਕਿੱਲ ਗੱਡ ਕੇ ਦੇਖ ਲਏ, ਕੰਧਾਂ ਕੱਢ ਕੇ ਦੇਖ ਲੀਆਂ, ਤੇ ਦੂਜੇ ਬੰਨੇ ਕਿਸਾਨ ਜਿਹੜੇ ਆ ਉਹ ਸਰਦੀ ਵੀ ਚੱਲ ਗਏ ਸੀਗੇ, ਗਰਮੀ ਵੀ ਚੱਲ ਰਹੇ ਆ। ਸੋ ਇਸ ਕਰਕੇ ਮੈਨੂੰ ਲੱਗਦਾ ਇਹ ਆ ਭਈ ਕਿਤੇ ਨਾ ਕਿਤੇ ਇਹ ਸੰਭਾਵਨਾ ਬਣਦੀ ਆ। ਔਰ ਜੇ ਸਰਕਾਰ ਇਸ ਮੌਕੇ ਦੇ ਉੱਤੇ ਕੋਈ ਰਾਹ ਨਹੀਂ ਕੱਢਦੀ, ਕਿਉਂਕਿ ਕਿਸਾਨ ਤਾਂ ਉਹ ਤਾਂ ਗੇਨਰ ਹੀ ਗੇਨਰ ਆ, ਉਹ ਤਾਂ ਲੂਜ਼ਰ ਹੈ ਹੀ ਨਹੀਂਗੇ, ਉਹ ਤਾਂ ਇੰਨੇ ਚਿਰ ਦੇ ਲੜਾਈ ਲੜ ਰਹੇ ਆ, ਤੇ ਕਿਸਾਨ ਜਿਹੜੀ ਸਰਕਾਰ ਹੈਗੀ ਆ ਉਹ ਜ਼ਰੂਰ ਦਿਨ ਬ ਦਿਨ ਲੂਜ਼ ਕਰ ਰਹੀ ਆ। ਔਰ ਮੈਨੂੰ ਲੱਗਦਾ ਇਹ ਆ ਵੀ ਇਹ ਹੱਠ ਜੇ ਇਹ ਛੱਡ ਦੇਵੇ ਸਰਕਾਰ ਤਾਂ ਇਹਦੇ 'ਚ ਇਹਦਾ ਭਲਾ ਹੈ। ਪ੍ਰੋਫੈਸਰ ਸਾਹਿਬ, ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ 26 ਜਨਵਰੀ ਦੀਆਂ ਘਟਨਾਵਾਂ, ਪਹਿਲੀ ਗੱਲ ਤੇ ਉਹਨਾਂ ਨੇ ਆਪ ਉਹ ਸਾਰੀਆਂ ਕਰਵਾਈਆਂ, ਆਪਣੇ ਏਜੰਟਾਂ ਥਰੂ ਕਰਵਾਈਆਂ, ਤੇ ਫਿਰ ਸਮੁੱਚੇ ਪੰਜਾਬ ਦਾ ਇਹਨੂੰ ਮੋਰਚਾ ਜਾਂ ਕਹਿ ਲਓ ਕਿ ਅੱਤਵਾਦੀਆਂ ਦਾ ਨਾਂ ਦੇ ਕੇ ਜਾਂ ਖਾਲਿਸਤਾਨੀਆਂ ਦਾ ਨਾਂ ਦੇ ਕੇ ਇਹਨੂੰ ਬਦਨਾਮ ਕਰਨ ਦਾ ਯਤਨ ਕੀਤਾ ਸੀਗਾ। ਪਰ ਜਿਹੜੀਆਂ ਬਾਅਦ ਦੀਆਂ ਘਟਨਾਵਾਂ ਹੋਈਆਂ ਕਿਸਾਨ ਮੋਰਚੇ ਤੋਂ ਬਾਰ-ਬਾਰ ਵੀ ਜੇ ਵੇਖੀਏ ਤਾਂ ਕਿਸਾਨ ਮੋਰਚੇ 'ਚ ਜੋ ਘਟਨਾਵਾਂ ਉਹਦਾ ਬਹੁਤ ਮੰਥਨ ਅਸੀਂ ਕਰਦੇ ਹਾਂ। ਕਿਸਾਨ ਮੋਰਚੇ ਤੋਂ ਬਾਰ-ਬਾਰ ਵੀ ਜਿਸ ਤਰੀਕੇ ਨਾਲ ਕੋਵਿਡ ਨਾਲ ਸਿੱਝਣ 'ਚ ਸਰਕਾਰ ਫਲੋਪ ਹੋਈ ਤੇ ਸਿੱਖ ਕਮਿਊਨਿਟੀ ਜਿਹੜੀ ਆ ਉਹ ਅੱਗੇ ਆਈ, ਇੱਥੋਂ ਤੱਕ ਕਿ ਆਕਸੀਜਨ ਦੇ ਸਿਲੰਡਰਾਂ ਦੇ ਉਹਨਾਂ ਨੇ ਭਰਪੂਰ ਯਤਨ ਕਰਕੇ ਜਿਹੜਾ ਉਹ ਲੰਗਰ ਕਹਿੰਦੇ ਆ, ਆਪਾਂ ਲੰਗਰ ਬੜਾ ਸਾਡੇ ਇੱਕ ਕਾਮਨ ਸ਼ਬਦ ਆ ਕਿ ਕੋਈ ਵੀ ਚੀਜ਼ ਜਿਹਦੀ ਥੋੜ੍ਹ ਹੋਵੇ ਸਮਾਜ 'ਚ ਉਹਨੂੰ ਪ੍ਰੋਵਾਈਡ ਕਰਨ ਨੂੰ ਅਸੀਂ ਲੰਗਰ ਕਹਿ ਦਿੰਦੇ ਹਾਂ, ਤੇ ਲੰਗਰ ਆਕਸੀਜਨ ਤੱਕ ਦਾ ਲਾ ਦਿੱਤਾ ਔਰ ਹਰ ਤਰ੍ਹਾਂ ਦੀ ਲੋਕਾਂ ਨੂੰ ਸਹਾਇਤਾ ਫੂਡ ਦੀ ਹਰ ਤਰ੍ਹਾਂ ਦੀ ਦਿੱਤੀ। ਆਪਣੇ ਪੂਰੇ ਦਰ ਦਰਵਾਜ਼ੇ ਗੁਰਦੁਆਰਾ ਸਾਹਿਬ ਜਿਹੜੇ ਆ ਉਹ ਵੀ ਖੋਲ੍ਹ ਦਿੱਤੇ ਕਿ ਅਸੀਂ ਇੱਥੇ ਆਪਣੇ ਜਿਹੜੇ ਕੋਵਿਡ ਵਾਸਤੇ ਪੇਸ਼ੈਂਟ ਨੇ ਉਹਨਾਂ ਲਈ ਬੈੱਡ ਲਗਾ ਸਕਦੇ ਹਾਂ। ਜਦੋਂ ਕਿ ਹਿੰਦੁਸਤਾਨ ਦੇ ਵਿੱਚ ਬਹੁਤ ਵੱਡੇ ਵੱਡੇ ਮੰਦਿਰ ਨੇ, ਬਹੁਤ ਵੱਡੀਆਂ ਵੱਡੀਆਂ ਹੋਰ ਜਗ੍ਹਾ ਨੇ ਜਿਨ੍ਹਾਂ ਨੇ ਇਹੋ ਜਿਹੀ ਦਲੇਰੀ ਨਹੀਂ ਦਿਖਾਈ। ਔਰ ਉਹਦੇ ਨਾਲ ਦੀ ਨਾਲ ਕੁਝ ਗੁਰਦੁਆਰਾ ਸਾਹਿਬਾਨ ਨੇ ਤੇ ਖਬਰਾਂ ਇਹ ਆ ਰਹੀਆਂ ਨੇ ਕਿ ਜਿਹੜਾ ਉਹਨਾਂ ਕੋਲ ਪਿਆ ਹੋਇਆ ਧਨ ਰਾਸ਼ੀ ਆ ਜਾਂ ਸੋਨਾ ਵਗੈਰਾ ਆ ਉਹ ਵੀ ਇਸ ਕਾਜ ਲਈ ਵਰਤਣ ਲਈ ਜਿਹੜੀ ਆ ਉਹ ਆਪਣੀ ਸਹਿਮਤੀ ਪ੍ਰਗਟ ਕੀਤੀ ਆ ਕਿ ਇਹੋ ਜਿਹਾ ਸੋਨਾ ਰੱਖ ਕੇ ਕੀ ਕਰਨਾ ਜੇ ਲੋਕ ਹੀ ਮਰ ਰਹੇ ਹੋਣ। ਤੇ ਇਸ ਚੀਜ਼ ਨੇ ਵੀ ਜਿਹੜਾ ਸਿੱਖ ਕਮਿਊਨਿਟੀ ਦਾ ਬਿੰਬ ਹੈ ਜਿਹੜਾ 84 'ਚ ਬਹੁਤ ਵਿਗਾੜ ਕੇ ਪੇਸ਼ ਕੀਤਾ ਗਿਆ ਸੀ, ਖਾਸ ਕਰਕੇ ਅਕਤੂਬਰ 'ਚ ਮੇਰੇ ਖਿਆਲ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਜਿਸ ਤਰ੍ਹਾਂ ਦੀ ਹਵਾ ਬਣਾਈ ਗਈ ਤੇ ਜਿਸ ਤਰੀਕੇ ਨਾਲ
ਰਾਜੀਵ ਗਾਂਧੀ ਇੱਕ ਬਹੁਤ ਵੱਡੀ, ਜਿਵੇਂ ਮੋਦੀ ਸਾਹਿਬ ਕੋ ਗਿਣਤੀ ਆ, ਇਸ ਤਰ੍ਹਾਂ ਦੀ ਬਹੁਮਤ ਲੈ ਕੇ ਆ ਗਏ ਸੀਗੇ ਤੇ ਸਾਰੇ ਭਾਰਤ ਵਿੱਚ ਸਿੱਖਾਂ ਨੂੰ ਬਦਨਾਮ ਕਰਕੇ ਇੱਕ ਇਹੋ ਜਿਹਾ ਬਣਾਇਆ ਗਿਆ ਕਿ ਇਹ ਲੋਕ ਜਿਹੜੇ ਨੇ, ਹਾਲਾਂਕਿ ਸਭ ਤੋਂ ਵੱਧ ਦੇਸ਼ ਭਗਤ ਸਿੱਖ ਹੀ ਨੇ, ਤੇ ਉਹਨਾਂ ਨੂੰ ਬਹੁਤ ਜ਼ਿਆਦਾ ਬਦਨਾਮ ਕੀਤਾ ਗਿਆ ਸੀ। ਤੇ ਜਿਹੜਾ ਲੰਬੇ ਸਮੇਂ ਤੋਂ ਕੰਮ, ਭਾਵੇਂ ਉਹ ਆਪਾਂ ਕਹਿ ਲਈਏ ਕਿ ਰਵੀ ਸਿੰਘ ਵਾਲੀ ਸੰਸਥਾ ਆ ਜਾਂ ਕੁਝ ਹੋਰ ਜਥੇਬੰਦੀਆਂ ਜਿਨ੍ਹਾਂ ਨੇ ਇੰਟਰਨੈਸ਼ਨਲ ਪੱਧਰ ਤੇ ਨਾਮਣਾ ਖੱਟਿਆ, ਤੇ ਹੁਣ ਛੋਟੇ ਛੋਟੇ ਲੈਵਲ ਤੇ ਨਿੱਕੇ ਨਿੱਕੇ ਗੁਰਦੁਆਰੇ ਜਿਹੜੇ ਨੇ, ਜਿਹੜੇ ਕੋਈ ਬਹੁਤ ਵੱਡੀਆਂ ਸੰਸਥਾਵਾਂ ਵੀ ਨਹੀਂ ਰਨ ਕਰਦੀਆਂ, ਉਹਨਾਂ ਨੇ ਜਿਸ ਤਰ੍ਹਾਂ ਅੱਗੇ ਆ ਕੇ ਕੰਮਕਾਰ ਕੀਤਾ ਤੇ ਬਿੰਬ ਜਿਹੜਾ ਸੁਧਰਿਆ, ਕਿ ਇਹਦਾ ਇਫੈਕਟ ਵੀ ਕਿਤੇ ਨਾ ਕਿਤੇ ਪਿਆ ਆ। ਸਰਕਾਰ ਇਸ ਗੱਲੋਂ ਡਰੀ ਆ ਕਿ ਹੁਣ ਅਸੀਂ ਇਹਨਾਂ ਨੂੰ ਖਾਲਿਸਤਾਨੀ ਘੱਟੋ ਘੱਟ ਨਹੀਂ ਕਹਿ ਸਕਦੇ, ਵੱਖਵਾਦੀ ਨਹੀਂ ਕਹਿ ਸਕਦੇ, ਇਹ ਤੇ ਮਾਨਵਤਾ ਦੇ ਸੱਚੇ ਸੁੱਚੇ ਹਮਦਰਦ ਬਣ ਕੇ ਉੱਭਰੇ ਨੇ। ਕਿ ਇਹਨਾਂ ਘਟਨਾਵਾਂ ਦਾ, ਇਹਨਾਂ ਚੀਜ਼ਾਂ ਦਾ ਜਿਹੜਾ ਪੋਜ਼ਿਟਿਵ ਚੀਜ਼ਾਂ ਹੋਈਆਂ ਨੇ, ਕੋਈ ਅਸਰ ਆਪਾਂ ਮਹਿਸੂਸ ਕਰਦੇ ਹਾਂ? ਬਿਲਕੁਲ ਇਹਦਾ ਅਸਰ ਪੈਂਦਾ ਆ ਜੀ। ਦੇਖੋ ਗੱਲ ਇੱਦਾਂ ਆ ਕਿ ਕੋਈ ਕਿਸੇ ਨੂੰ ਕੀ ਕਹਿ ਦੇਵੇ, ਸਰਕਾਰ ਲੱਖ ਕਵੇ ਭਈ ਇਹ ਕਿਸਾਨ ਜਿਹੜੇ ਆ ਜੀ ਇਹ ਵੱਖਵਾਦੀ ਨੇ, ਇਹ ਪਾਕਿਸਤਾਨ ਦੇ ਏਜੰਟ ਨੇ ਜੀ, ਇਹ ਖਾਲਿਸਤਾਨੀ ਨੇ। ਸਵਾਲ ਇਹ ਆ, ਹੁਣ ਆਪਾਂ ਬਹੁਤੀ ਦੂਰੋਂ ਨਹੀਂ ਗੱਲ ਸ਼ੁਰੂ ਕਰਦੇ ਗਿੱਲ ਸਾਹਿਬ, ਉੱਥੇ 40 ਪਿੰਡ ਨੇ, ਜਿਹੜਾ ਸਿੰਘੂ ਬਾਰਡਰ ਆ ਨਾ, ਉੱਥੇ 40 ਪਿੰਡ ਨੇ ਤੇ 40 ਪਿੰਡ ਜਿਹੜੇ ਆ ਉਹ ਮੋਰਚੇ ਨੇ ਅਡਾਪਟ ਕੀਤੇ ਆ। ਉਹਨਾਂ ਦੇ ਗਰੀਬ ਗੁਰਬੇ ਜਿਹੜੇ ਆ ਉਹ ਲੰਗਰ ਛਕਦੇ ਆ ਉੱਥੇ ਆ ਕੇ। ਉਹਨਾਂ ਦੇ ਪਿੰਡਾਂ ਦੇ ਵਿੱਚ ਦਵਾਈਆਂ ਮੁਹੱਈਆ ਕੀਤੀਆਂ ਜਾਂਦੀਆਂ ਆ, ਯਾਨੀ ਜਿਹੜੀਆਂ ਵੀ ਲੋੜਾਂ ਆ, ਈਵਨ ਕੋਵਿਡ ਦੇ ਵਿੱਚ ਵੀ ਜਿਹੜੀਆਂ ਜ਼ਰੂਰਤਾਂ ਆ ਉਹਨਾਂ ਦੀਆਂ ਪੂਰੀਆਂ ਕੀਤੀਆਂ ਜਾਂਦੀਆਂ ਆ। ਜਿਹੜੇ ਭੁੱਖੇ ਬੰਦੇ ਨੂੰ ਰੋਟੀ ਮਿਲੇਗੀ, ਜਿਹੜੇ ਬਿਮਾਰ ਬੰਦੇ ਨੂੰ ਇਲਾਜ ਮਿਲੇਗਾ, ਜਿਹੜਾ ਬੰਦਾ ਆਕਸੀਜਨ ਖੁਣੋਂ ਮਰ ਰਿਹਾ ਤਾਂ ਉਹਨੂੰ ਆਕਸੀਜਨ ਮਿਲ ਜੇਗੀ। ਤੇ ਇਸ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਆ, ਜ਼ਿੰਦਗੀ ਨੂੰ ਬਚਾਉਣ ਵਾਲੇ ਜਿਹੜੇ ਸਾਧਨ ਆ, ਉਹ ਬੰਦੇ ਨੂੰ ਕੋਈ ਲੱਖ ਵਾਰੀ ਕਹੀ ਜਾਏ ਵੀ ਸਿੱਖ ਜਿਹੜੇ ਆ ਉਹ ਖਾਲਿਸਤਾਨੀ ਆ, ਉਹ ਕਦੀ ਵਿਸ਼ਵਾਸ ਨਹੀਂ ਕਰੇਗਾ। ਮੈਂ ਪਿੱਛੇ ਜੇ ਜੀ ਇੱਕ ਵੀਡੀਓ ਦੇਖੀ, ਵਾਇਰਲ ਹੋਈ ਆ, ਇੱਕ ਲੇਡੀ ਕਹਿ ਰਹੀ ਆ ਬਈ ਜੇ ਸਾਰੇ ਹਿੰਦੁਸਤਾਨੀ ਸਿੱਖ ਬਣ ਜਾਣ ਤੇ ਮਸਲੇ ਸਾਰੇ ਜਿਹੜੇ ਆ ਉਹ ਹੱਲ ਹੋ ਜਾਣ ਜੇ ਸਿੱਖ ਧਰਮ ਨੂੰ ਅਡਾਪਟ ਕਰ ਲੈਣ। ਉਹ ਕਿਉਂ ਕਹਿ ਰਹੀ ਆ? ਕਿਉਂਕਿ ਕਈ ਵਾਰ ਨਹੀਂ, ਮੇਰੀ ਗੱਲ ਤਾਂ ਸੁਣ ਲਓ ਨਾ। ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਸਿੱਖ ਬਣ ਜਾਣ। ਇਹ ਜਜ਼ਬਾਤੀ ਗੱਲਾਂ ਵੀ ਜਿਹੜੀਆਂ ਬਹੁਤ ਮੈਟਰ ਕਰਦੀਆਂ ਆ। ਹੁਣ ਮੈਂ ਜਿਹੜੀ ਪਹਿਲੀ ਗੱਲ ਕੀਤੀ ਆ ਕਿ ਮਰੀਜ਼ ਨੂੰ ਦਵਾਈ ਮਿਲੇ, ਆਕਸੀਜਨ ਖੁਣੋਂ ਮਰ ਰਹੇ ਬੰਦੇ ਨੂੰ ਆਕਸੀਜਨ ਮਿਲੇ, ਉਹਨੂੰ ਕੋਈ ਜੋ ਮਰਜ਼ੀ ਕਹੀ ਜਾਵੇ, ਜਿਹੜਾ ਉਹਨੂੰ ਆਕਸੀਜਨ ਪ੍ਰੋਵਾਈਡ ਕਰਦਾ ਉਹ ਉਹਦੇ ਲਈ ਦੇਵਤਾ ਆ। ਤੇ ਇਹਦੇ ਨਾਲ ਦੋ ਡਿਵੈਲਪਮੈਂਟਸ ਜਿਹੜੀਆਂ ਹੋਈਆਂ ਆ, ਪਹਿਲਾਂ ਵੀ ਆਪਾਂ ਕਿਸਾਨ ਮੋਰਚੇ ਦੀਆਂ ਪ੍ਰਾਪਤੀਆਂ ਦੇ ਵਿੱਚ ਇਹਨੂੰ ਗਿਣਦੇ ਆ। ਇਹ ਇੱਕ ਬਹੁਤ ਵੱਡੀ ਪ੍ਰਾਪਤੀ ਆ ਕਿ ਜਿਹੜਾ ਭਾਈਚਾਰਾ ਜਿਹੜਾ ਹੈਗਾ ਉਹਦਾ ਇੱਕ ਬਹੁਤ ਸਲੂਕ ਹੋਇਆ। ਹਰਿਆਣੇ ਪੰਜਾਬ ਨੂੰ ਪਾੜਿਆ ਸੀਗਾ ਪਾਣੀਆਂ ਦੇ ਮਸਲੇ ਤੇ ਹੋਰ, ਉਹਨਾਂ ਦੀ ਜਿਹੜੀ ਆ ਮੁਹੱਬਤ ਹੋਈ, ਏਕਤਾ ਹੋਈ। ਫਿਰ ਹਿੰਦੂ ਸਿੱਖ ਦੀ ਏਕਤਾ ਹੋਈ। ਸਿੱਖਾਂ ਦਾ ਜਿਹੜਾ ਮਾੜਾ ਇਮੇਜ ਸੀਗਾ ਉਹ ਧੋਤਾ ਗਿਆ। ਔਰ ਇੱਕ ਹੋਰ ਵੀ ਡਿਵੈਲਪਮੈਂਟ ਗਿੱਲ ਸਾਹਿਬ ਹੋਈ ਆ ਕਿ ਕੁਝ ਜਿਹੜੀਆਂ ਗਰਮ ਖਿਆਲੀ ਸਿੱਖ ਜਥੇਬੰਦੀਆਂ ਆ, ਉਹਨਾਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ, ਪਰ ਅੱਜ ਦੀ ਤਰੀਕ ਦੇ ਵਿੱਚ ਉਹ ਸਾਰੀਆਂ ਦੀਆਂ ਸਾਰੀਆਂ ਫੇਲ ਹੋਈਆਂ। ਲੋਕਾਂ ਨੇ ਇਹ ਸਮਝ ਲਿਆ ਭਈ ਜਿਹੜਾ ਵੀ ਕੋਈ ਇਸ ਕਿਸਮ ਦੀ ਗੱਲ ਕਰਦਾ, ਈਵਨ ਜਿਹੜਾ ਝੰਡਾ ਚਲਾਉਣ ਵਾਲੀ ਗੱਲ ਸੀਗੀ 26 ਜਨਵਰੀ ਨੂੰ, ਉਹਨੂੰ ਵੀ ਬਹੁਤ ਸਾਰੇ ਸਿੱਖਾਂ ਨੇ ਸਮਝ ਲਿਆ ਬਈ ਇਹ ਮੋਰਚੇ ਦੇ ਅਗੇਂਸਟ ਜਾਂਦੀ ਹੈ ਗੱਲ, ਇਹ ਮੋਰਚੇ ਦੇ ਹੱਕ 'ਚ ਨਹੀਂ, ਇਹ ਸਰਕਾਰ ਦੇ ਹੱਕ 'ਚ ਭੁਗਤਣ ਵਾਲੀ ਗੱਲ ਆ। ਸੋ ਜਿਹੜਾ ਤੁਹਾਡਾ ਸਵਾਲ ਆ ਭਈ ਇਹਦਾ ਅਸਰ ਪਏਗਾ, ਮੈਂ ਇਹਨੂੰ ਬਿਲਕੁਲ ਸਮਝਦਾ ਬਈ ਇਹਦਾ ਹਾਂ ਪੱਖੀ ਅਸਰ ਪਏਗਾ। ਕਿ ਨੰਬਰ 1, ਸਿੱਖਾਂ ਦੇ ਉੱਤੇ ਜਿਹੜਾ ਇੱਕ ਧੱਬਾ ਲੱਗਾ ਸੀਗਾ, ਇਹਨਾਂ ਦੇ ਖਿਲਾਫ ਪ੍ਰਚਾਰ ਕੀਤਾ ਜਾਂਦਾ ਸੀਗਾ, ਉਹ ਖਤਮ ਹੋ ਗਿਆ, ਇਹ ਨਰਮ ਹੋ ਗਿਆ। ਤੇ ਦੂਜਾ ਇਹ ਆ ਕਿ ਜਿਹੜੇ ਕਾਰਜ ਇਸ ਮੋਰਚੇ ਦੇ ਦੌਰਾਨ, ਖਾਸ ਕਰਕੇ ਹੁਣ ਕੋਵਿਡ ਦੇ ਦੌਰਾਨ ਸਿੱਖ ਕਮਿਊਨਿਟੀ ਨੇ ਕੀਤੇ ਆ, ਇਹਦੇ ਨਾਲ ਸੌਰੀ ਇਹ ਅਸਰ ਪੈਣਾ ਲਾਜ਼ਮੀ ਆ ਜੀ। ਆਪਣੇ ਕਾਨੂੰ ਸਾਹਿਬ ਤੁਸੀਂ ਜ਼ਿਕਰ ਕੀਤਾ ਆ, ਮੈਨੂੰ ਤਾਂ ਹੁਣ ਸ਼ਬਦ ਗਰਮ ਖਿਆਲੀ ਸਿੱਖ ਜਥੇਬੰਦੀਆਂ ਕਹਿਣਾ ਵੀ ਵੈਸੇ ਸ਼ੋਭਾ ਨਹੀਂ ਦਿੰਦਾ। ਹੁਣ ਤੇ ਜਿਸ ਤਰ੍ਹਾਂ ਦਾ ਉਹਨਾਂ ਰੋਲ ਅਦਾ ਕੀਤਾ ਆ ਇਸ ਮੋਰਚੇ ਨੂੰ ਢਾਹ ਲਾਉਣ ਲਈ, ਖਾਸ ਕਰਕੇ ਕੁਝ ਇੱਕ ਉਹਨਾਂ ਆਗੂਆਂ ਨੇ ਤੇ ਜਿਹੜੇ ਬਾਹਰ ਬੈਠੇ ਹੋਏ ਉਹਨਾਂ ਦੇ ਸਮਰਥਕ ਨੇ, ਜਿਹੜੇ ਬਿਨਾਂ
ਆਪਣਾ ਜਿਹੜਾ ਸਿਰ ਆ ਪਤਾ ਨਹੀਂ ਉਹਦੇ ਵਿੱਚ ਕਿਹੜੀ ਉਹਨਾਂ ਤੂੜੀ ਭਰੀ ਆ, ਭੂਸਾ ਭਰਿਆ ਆ, ਬਿਨਾਂ ਕਿਸੇ ਚੀਜ਼ ਨੂੰ ਸੋਚ ਵਿਚਾਰ ਦੇ ਉਹ ਕਦੀ ਕਿਸੇ ਨੂੰ ਚੁੱਕ ਲੈਂਦੇ ਨੇ ਤੇ ਕਦੀ ਕਿਸੇ ਨੂੰ ਚੁੱਕ ਲੈਂਦੇ ਨੇ। ਸਾਰੀ ਦੁਨੀਆ 'ਚ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਆ, ਜਿਸ ਤਰੀਕੇ ਨਾਲ ਉਹਨਾਂ ਜੋ ਕੁਝ ਰੋਲ ਅਦਾ ਕੀਤਾ, ਉਹ ਹੁਣ ਛੁਪਿਆ ਹੋਇਆ ਨਹੀਂ। ਸਭ ਨੂੰ ਪਤਾ ਲੱਗ ਗਿਆ ਕਿ ਇਹਨਾਂ ਨੇ ਮੋਰਚੇ ਨੂੰ ਫਲੋਪ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਲਿਆ। ਪਰ ਮੈਨੂੰ ਅਜੇ ਤੱਕ ਇੱਕ ਗੱਲ ਸਮਝ ਨਹੀਂ ਆਈ ਕਿ ਇਹ ਜਿਹੜੇ ਸਰਕਾਰੀ ਏਜੰਟ ਨੇ ਉਹ ਤੇ ਮੰਨ ਲਓ ਕੁਝ ਇੱਕ ਨਾ ਆਪਾਂ ਗਿਣਾ ਸਕਦੇ ਹਾਂ ਜਿਨ੍ਹਾਂ ਨੂੰ ਪੈਨੀਟ੍ਰੇਟ ਕਰ ਦਿੱਤਾ ਗਿਆ, ਪਰ ਜਿਹੜੀਆਂ ਜਥੇਬੰਦੀਆਂ ਨੇ ਸਿੱਖਾਂ ਦੀਆਂ, ਜਿਨ੍ਹਾਂ ਨੂੰ ਤੁਸੀਂ ਗਰਮ ਖਿਆਲੀ ਜਥੇਬੰਦੀਆਂ ਕਹਿ ਰਹੇ ਹੋ ਜਾਂ ਥੋੜ੍ਹਾ ਜਿਹਾ ਵੱਖਵਾਦੀ ਸੋਚ ਰੱਖਦੀਆਂ ਨੇ, ਉਹਨਾਂ ਦੀ ਟੱਕਰ ਤੇ ਕੇਂਦਰ ਨਾਲ ਹੋਣੀ ਚਾਹੀਦੀ ਸੀ। ਜੇ ਉਹ ਵੱਖਰੀ ਸਟੇਟ ਦੀ ਮੰਗ ਵੀ ਕਰਦੀਆਂ ਨੇ ਤਾਂ ਉਹਨਾਂ ਦੇ ਰਾਹ ਦੇ ਵਿੱਚ ਕਿਸਾਨ ਤੇ ਕਿਸੇ ਤਰ੍ਹਾਂ ਵੀ ਡਿੱਕਾ ਨਹੀਂ ਸੀ ਬਣਦੇ। ਤੇ ਕਿਸਾਨ ਮੂਵਮੈਂਟ ਨੂੰ ਫੇਲ ਕਰਕੇ ਉਹਨਾਂ ਦਾ ਕਿਹੜਾ ਐਸਾ ਹਿੱਤ ਆ ਜਿਹੜਾ ਉਹਨਾਂ ਨੂੰ ਲੱਗਦਾ ਹੈ ਕਿ ਜੇ ਮੋਰਚਾ ਫੇਲ ਹੁੰਦਾ ਆ ਤੇ ਸਾਨੂੰ ਉਹ 'ਚ ਕੋਈ ਨਾ ਕੋਈ ਲਾਭ ਮਿਲ ਸਕਦਾ। ਉਹਨਾਂ ਨੇ ਵੀ ਤਾਂ ਕੋਈ ਕੈਲਕੂਲੇਸ਼ਨ ਕੀਤੀ ਹੋਏਗੀ ਨਾ ਜੀ ਕਿ ਉਹਨਾਂ ਨੂੰ ਇਹ 'ਚੋਂ ਕੀ ਲੱਭੇਗਾ ਅਗਰ ਮੋਰਚਾ ਫੇਲ ਹੁੰਦਾ ਹੈ ਤਾਂ। ਉਹ ਅਸਲ ਦੇ ਵਿੱਚ ਮੋਰਚਾ ਫੇਲ ਕਰਦੇ ਕਰਦੇ ਇਹ ਚਾਹੁੰਦੇ ਸੀਗੇ ਕਿ ਜਿਹੜੀ ਹੁਣ ਮੋਰਚੇ ਦੀ ਲੀਡਰਸ਼ਿਪ ਆ ਨਾ, ਇਹ ਕਿਉਂਕਿ ਸੈਕੂਲਰ ਲੀਡਰਸ਼ਿਪ ਹੈਗੀ ਆ, ਇਹ ਭਾਈਚਾਰੇ ਦੀ ਹਮਾਇਤੀ ਲੀਡਰਸ਼ਿਪ ਆ, ਇਹ ਦੇਸ਼ ਭਗਤ ਲੀਡਰਸ਼ਿਪ ਆ, ਤੇ ਇਹਨੂੰ ਲਾਂਭੇ ਕਰਕੇ ਨਾ ਅਸੀਂ ਆਪਣਾ ਕੋਈ ਵੱਖਰਾ ਏਜੰਡਾ ਹੈਗਾ ਜਿਹੜਾ ਉਹ ਲਿਆਉਣ ਦਾ ਯਤਨ ਕਰਦੇ ਰਹੇ ਹੋ। ਔਰ ਉਹਦੇ ਵਿੱਚ ਬੜੀ ਯਾਨੀ ਇੱਕ ਸਖਤ ਲਫ਼ਜ਼ ਵੀ ਕਈ ਵਾਰੀ ਵਰਤਣੇ ਪੈਂਦੇ ਆ। ਉਹ ਜਿਹੜੀਆਂ ਜਥੇਬੰਦੀਆਂ ਆ ਨਾ ਜੀ, ਉਹਨਾਂ ਵਿੱਚੋਂ ਬਹੁਤੀਆਂ ਜਿਹੜੀਆਂ ਆ ਉਹ ਸਰਕਾਰ ਦੇ ਨਾਲ ਰਲੀਆਂ ਆ। ਤੁਸੀਂ ਆਪੇ ਹੀ ਤਰਕ ਦਿੱਤਾ ਹੈਗਾ ਵੀ ਜੇ ਉਹਨਾਂ ਦੀ ਇਹ ਗੱਲ ਮੰਨ ਲਈਏ ਵੀ ਉਹ ਕੇਂਦਰ ਦੇ ਖਿਲਾਫ ਨੇ, ਉਹਨਾਂ ਨੇ ਵੱਖਰਾ ਮੁਲਕ ਬਣਾਉਣਾ ਆ, ਤੇ ਫਿਰ ਤਾਂ ਸਗੋਂ ਉਹਨਾਂ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਸੀਗਾ। ਜੇ ਉਹ ਕਿਸਾਨ ਮੋਰਚੇ ਨੂੰ ਸੈਬੋਟੇਜ ਕਰਦੇ ਆ, ਇਹਦਾ ਮਤਲਬ ਇਹ ਆ ਕਿ ਉਹ ਕਿਸੇ ਦੇ ਹਮਦਰਦ ਨਹੀਂ ਗੇ, ਕਿਸੇ ਨਾਲ ਉਹਨਾਂ ਦਾ ਇਲਾਕਾ ਦੇਕਾ ਨਹੀਂ ਗਾ, ਕੋਈ ਉਹ ਮਤਲਬ ਜਿਹੜੀ ਪੰਜਾਬੀਅਤ ਆ ਜਾਂ ਸਿੱਖ ਧਰਮ ਆ ਉਹਦਾ ਕੋਈ ਭਲਾ ਕਰਨ ਵਾਲੇ ਨਹੀਂ ਗੇ। ਉਹ ਆਮ ਤੌਰ ਤੇ ਸਮਝੇ ਜਾਂਦੇ ਆ ਵੀ ਉਹ ਸਰਕਾਰ ਦੇ ਏਜੰਟ ਆ ਔਰ ਉਹ ਪ੍ਰਵੋਕ ਕਰਕੇ ਮੋਰਚੇ ਨੂੰ ਫੇਲ ਕਰਨਾ ਚਾਹੁੰਦੇ ਆ। ਔਰ ਇਹ ਤਰਕ ਗਿੱਲ ਸਾਹਿਬ ਬਹੁਤ ਲੋਕਾਂ ਨੂੰ ਸਮਝ ਆ ਗਿਆ, ਨਾ ਕੇਵਲ ਪੰਜਾਬ ਦੇ ਲੋਕਾਂ ਨੂੰ, ਇਹ ਦੇਸ਼ ਦੇ ਲੋਕਾਂ ਨੂੰ ਵੀ ਸਮਝ ਆ ਗਿਆ ਆ ਵੀ ਇਹ ਜਿਹੜੇ ਸੋ ਕਾਲਡ ਗਰਮ ਖਿਆਲੀ ਆ ਜਾਂ ਜਿਹੜੇ ਸੋ ਕਾਲਡ ਪੰਥਕ ਆ, ਜਿਹੜੇ ਅਸਲੀ ਪੰਥਕ ਹੈਗੇ ਆ, ਉਹਨਾਂ ਨੇ ਮੋਰਚੇ ਦਾ ਸਾਥ ਦਿੱਤਾ। ਉਹ ਮੋਰਚੇ ਦੇ ਵਿੱਚ ਆਪ ਜਾਂਦੇ ਰਹੇ ਆ। ਮੈਂ ਸਾਬਕਾ ਜਥੇਦਾਰ ਜਿਹੜੇ ਭਾਈ ਰਣਜੀਤ ਸਿੰਘ ਆ ਅਕਾਲ ਤਖਤ ਦੇ, ਉਹਨਾਂ ਨੂੰ ਮੈਂ ਸੁਣਿਆ ਸੀਗਾ, ਉਹਨਾਂ ਨੂੰ ਕੋਈ ਪੁੱਛਦਾ ਪੱਤਰਕਾਰ ਵੀ ਤੁਸੀਂ ਕੀ ਕਰੋਗੇ ਜੀ? ਉਹ ਕਹਿੰਦੇ ਵੀ ਦੇਖੋ ਇਹ ਕਿਸਾਨ ਮੋਰਚਾ ਚਲਾ ਰਹੇ ਆ, ਆਪਣੀਆਂ ਮੰਗਾਂ ਦੇ ਉੱਤੇ ਲੜ ਰਹੇ ਆ, ਅਸੀਂ ਇਹਨਾਂ ਦੀ ਸਪੋਰਟ ਕਰਦੇ ਹਾਂ, ਅਸੀਂ ਇਹਦੋਂ ਵੱਧ ਇਹਦੇ 'ਚ ਕੋਈ ਦਖਲ ਨਹੀਂ ਦੇਵਾਂਗੇ। ਮਤਲਬ ਜਿਹੜੀ ਸਹੀ ਪੰਥਕ ਸੋਚ ਹੈਗੀ ਆ ਉਹ ਇਸ ਤਰ੍ਹਾਂ ਸੀਗੀ। ਤੇ ਇਸ ਕਰਕੇ ਇਹ ਤਰਕ ਜਿਹੜਾ ਹੈਗਾ ਇਹ ਆਮ ਲੋਕਾਂ ਨੂੰ ਸਮਝ ਆ ਗਿਆ ਹੈਗਾ। ਔਰ ਜਿਹੜੀ ਗੱਲ ਕਿਸਾਨ ਮੋਰਚੇ ਨੇ ਸ਼ੁਰੂ ਕੀਤੀ ਸੀਗੀ ਉਹ ਹਰ ਘਰ ਦੇ ਵਿੱਚ ਘਰ ਕਰ ਗਈ ਆ ਭਈ ਇਹ ਸਾਡੀ ਹੋਂਦ ਦਾ ਮਸਲਾ, ਕਿਸਾਨੀ ਦਾ ਮਸਲਾ ਆ, ਇਹਦੇ ਵਿੱਚ ਹੋਰ ਕੋਈ ਮਸਲਾ ਨਹੀਂ ਹੈ। ਔਰ ਕਿਸਾਨੀ ਜਿਹੜੀ ਆ ਉਹ ਸਹੀ ਅਰਥਾਂ ਦੇ ਵਿੱਚ ਭਾਰਤ ਦੇ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਮੋਬਿਲਾਈਜ਼ ਹੋਈ ਆ ਔਰ ਦਿਨ ਬ ਦਿਨ ਉਹਨਾਂ ਦੀ ਤਾਕਤ ਜਿਹੜੀ ਆ ਉਹ ਵੱਧਦੀ ਗਈ ਆ, ਜਿਹਦਾ ਸਬੂਤ ਇਹ ਆ ਭਈ ਜਿਹੜੀਆਂ 5 ਰਾਜਾਂ ਦੀਆਂ ਚੋਣਾਂ ਹੋਈਆਂ ਉਹਦੇ 'ਚ ਵੀ ਬੀਜੇਪੀ ਨੇ ਮਾਰ ਖਾਧੀ। ਔਰ ਹੁਣ ਜਿਹੜਾ ਕਾਲਾ ਦਿਵਸ ਮਨਾਇਆ ਜਾਣਾ ਉਹਦੇ ਵਿੱਚ ਵੀ ਕਿਸਾਨ, ਮਜ਼ਦੂਰ, ਵਿਦਿਆਰਥੀ, ਅਧਿਆਪਕ, ਲੇਖਕ ਤਾਂ ਸਾਰੇ ਹੈਗੇ ਆ। ਨਾਲ ਦੀ ਨਾਲ ਦੇਸ਼ ਦੀਆਂ 12 ਜਿਹੜੀਆਂ ਵੱਡੀਆਂ ਰਾਜਨੀਤਿਕ ਪਾਰਟੀਆਂ ਆ ਉਹ ਵੀ ਇੱਕ ਪਲੇਟਫਾਰਮ ਤੇ ਆ ਗਈਆਂ। ਸੋ ਇਹ ਜਿਹੜੇ ਇਸ ਕਿਸਮ ਦੇ ਭਰਮ ਭੁਲੇਖੇ ਪਾਉਣ ਦਾ ਯਤਨ ਕੀਤਾ ਜਾਂਦਾ ਰਿਹਾ ਉਹ ਸਪਸ਼ਟ ਹੋ ਗਿਆ। ਤੇ ਇਸ ਕਰਕੇ ਜੀ ਜਿਹੜਾ ਮੋਰਚਾ ਹੈ, ਅੱਜ ਮੈਂ ਬਲਬੀਰ ਸਿੰਘ ਰਾਜੇਵਾਲਾ ਹੋਰਾਂ ਦੀ ਇੰਟਰਵਿਊ ਦੇਖ ਰਿਹਾ ਸੀਗਾ, ਉਹਨਾਂ ਨੇ ਵੀ ਇਹੀ ਕਿਹਾ ਹੈਗਾ ਕਿ ਵੀ ਅਸੀਂ ਦੇਖੋ 26 ਤਰੀਕ ਦਾ ਕਾਲਾ ਦਿਵਸ, ਕਾਲੇ ਝੰਡੇ ਜਿਹੜੇ ਆ ਸਾਰੇ ਦੇਸ਼ ਦੇ ਵਿੱਚ ਲਹਿਰਾ ਕੇ ਤੇ ਫਿਰ ਉਸ ਤੋਂ ਬਾਅਦ ਫੈਸਲਾ ਕਰਾਂਗੇ ਕਿ ਅੱਗੇ ਅਸੀਂ ਐਕਸ਼ਨ ਜਿਹੜਾ ਉਹ ਕੀ ਕਰਨਾ ਹੈਗਾ। ਤੇ ਉਹਨਾਂ ਨੂੰ ਇਹ ਵੀ ਸਵਾਲ ਕਿਸੇ ਨੇ ਕਰ ਦਿੱਤਾ ਬਈ ਕੀ ਤੁਸੀਂ ਕਿਸਾਨਾਂ ਦੀ ਰਾਜਨੀਤਿਕ ਪਾਰਟੀ ਬਣਾਓਗੇ? ਉਹ ਕਹਿੰਦੇ ਵੀ ਸਾਡਾ ਇਸ ਵੇਲੇ ਜਿੱਦਾਂ ਅਰਜਨ ਨੂੰ ਮੱਛੀ ਦੀ ਅੱਖ ਦਿਖਾਈ ਦਿੰਦੀ ਸੀਗੀ, ਸਾਡਾ ਇਸ ਵੇਲੇ ਪੂਰੇ ਦਾ ਪੂਰਾ ਧਿਆਨ ਜਿਹੜਾ ਆ ਉਹ ਮੋਰਚੇ ਤੇ ਆ, ਅਸੀਂ ਅਜੇ ਕੋਈ ਇਸ ਸੰਬੰਧ ਦੇ ਵਿੱਚ ਗੱਲ ਨਹੀਂ ਕਰ ਸਕਦੇ। ਸੋ ਮੇਰਾ ਮਤਲਬ ਕਿ ਜਿਹੜੇ
ਉਹਨਾਂ ਨੇ ਅਪੀਲ ਇਹ ਕੀਤੀ ਆ ਵੀ ਵੱਧ ਤੋਂ ਵੱਧ ਲੋਕ ਜਿਹੜੇ ਆ ਉਹ ਦਿੱਲੀ ਪਹੁੰਚਣ, ਵੱਧ ਤੋਂ ਵੱਧ ਲੋਕ ਜਿਹੜੇ ਆ ਉਹ ਕਾਲੇ ਝੰਡੇ ਘਰਾਂ ਤੇ ਲਹਿਰਾਉਣ, ਔਰ ਉਹਦੀ ਕਾਫੀ ਕਾਮਯਾਬੀ ਦੀ ਜਿਹੜੀ ਸੰਭਾਵਨਾ ਆ ਉਹ ਬਣਦੀ ਆ ਕਿ ਕੱਲ ਸਾਰਾ ਭਾਰਤ ਕਾਲਾ ਹੀ ਕਾਲਾ ਦਿਖਾਈ ਦੇਗਾ। ਜੀ ਪ੍ਰੋਫੈਸਰ ਸਾਹਿਬ, ਜਿਹੜੀਆਂ ਆਪਾਂ ਗਰਮ ਖਿਆਲੀ ਜਥੇਬੰਦੀਆਂ ਜਾਂ ਸੋ ਕਾਲਡ ਪੰਥਕ ਜਥੇਬੰਦੀਆਂ ਕਹਿ ਰਹੇ ਹਾਂ, ਤੇ ਇਹ ਇਲਜ਼ਾਮ ਸਹਿਜੇ ਹੀ ਧਰ ਦਿੱਤਾ ਜਾਂਦਾ ਹੈ ਜਦੋਂ ਉਹਨਾਂ ਦੇ ਕੰਮਕਾਰ ਨੂੰ ਵੇਖਦੇ ਹਾਂ ਕਿ ਸਰਕਾਰੀ ਏਜੰਟ ਨੇ, ਚਾਹੇ ਅਮਰੀਕਾ 'ਚ ਬੈਠਾ ਪੰਨੂ ਹੋਵੇ, ਚਾਹੇ ਅੱਜ ਕੱਲ੍ਹ ਦੀਪ ਸਿੱਧੂ ਦਾ ਨਾਂ ਚੱਲ ਰਿਹਾ ਆ, ਅਜਮੇਰ ਸਿੰਘ ਦਾ ਨਾਂ ਚੱਲ ਰਿਹਾ ਆ, ਉਦੋਕੇ ਦਾ ਨਾਂ ਚੱਲ ਰਿਹਾ, ਹੋਰ ਵੀ ਕਈ ਨਾਂ ਸਾਹਮਣੇ ਆ ਰਹੇ ਨੇ। ਇਹ ਗਿਣੇ ਚੁਣੇ ਕੋਈ 150 200 ਬੰਦੇ ਤੇ ਏਜੰਸੀਆਂ ਦੇ ਏਜੰਟ ਹੋ ਸਕਦੇ ਨੇ, ਪਰ ਜਿਹੜੇ ਇਹਨਾਂ ਦੇ ਫਾਲੋਅਰ ਨੇ, ਅੰਧਾ ਧੁੰਦ ਇਹਨਾਂ ਨੂੰ ਫਾਲੋ ਕਰਦੇ ਨੇ ਬਾਹਰਲੇ ਮੁਲਕਾਂ ਵਿੱਚ ਬੈਠੇ ਹੋਏ ਵੀ ਜਿਹੜੇ ਆ, ਕਿਉਂਕਿ ਜਿਹੜੀ ਕੇਂਦਰ ਦੀ ਭਾਰਤ ਦੀ ਸਰਕਾਰ ਆ ਉਹਨੂੰ ਇੱਕ ਬਹਾਨਾ ਇਹ ਮੁਹੱਈਆ ਕਰਦੇ ਨੇ ਕਿ ਪੰਜਾਬ ਦੀਆਂ ਮੰਗਾਂ ਨੂੰ ਰੋਕ ਕੇ ਰੱਖਿਆ ਜਾਵੇ, ਤਾਂ ਕਿਉਂਕਿ ਜਦੋਂ ਇਹ ਲੋਕ ਕੁਝ ਅਟਪਟੇ ਬਿਆਨ ਦਿੰਦੇ ਨੇ, ਵੱਧ ਚੜ ਕੇ ਮਤਲਬ ਬਕਵਾਸਬਾਜ਼ੀ ਮੈਂ ਕਹਾਂਗਾ ਸ਼ਬਦ ਕਰਦੇ ਨੇ, ਤੇ ਉਹਦਾ ਪੂਰੀ ਕਮਿਊਨਿਟੀ ਦੇ ਅਸਰ ਜ਼ਰੂਰ ਹੁੰਦਾ ਆ। ਇੱਥੇ ਦੁਨੀਆ ਦੇ ਵਿੱਚ ਆਪਾਂ ਕੈਨੇਡਾ 'ਚ ਹੀ ਦੇਖਦੇ ਹਾਂ ਕਿ ਕਿੰਨੇ ਕੁ ਲੋਕ ਜਿਹੜੇ ਨੇ ਉਹ ਖਾਲਿਸਤਾਨ ਦੀ ਮੂਵਮੈਂਟ ਨਾਲ ਸਿੱਧੇ ਤੌਰ ਤੇ ਜੁੜੇ ਹੋਏ ਨੇ, ਪਰ ਕੁਝ ਗਿਣਤੀ ਦੇ ਲੋਕ ਤੇ ਹੈਗੇ ਨੇ ਨਾ ਜਿਹੜੇ ਇਸ ਚੀਜ਼ ਨੂੰ ਜਿੰਦਾ ਰੱਖਣਾ ਚਾਹੁੰਦੇ ਨੇ, ਤੇ ਸਰਕਾਰਾਂ ਵੀ ਚਾਹੁੰਦੀਆਂ ਨੇ ਇਹ ਚੀਜ਼ ਜਿੰਦਾ ਰਵੇ। ਮਤਲਬ ਇਹ ਵੱਖਰਾ ਵਿਸ਼ਾ ਹੈ ਖਾਲਿਸਤਾਨ ਵੈਸੇ, ਪਰ ਇਹ ਲੋਕ ਜਿਸ ਤਰ੍ਹਾਂ ਦੀਆਂ ਐਕਟੀਵਿਟੀਜ਼ ਕਰਦੇ ਨੇ ਉਹਦੇ ਨਾਲ ਜਿਹੜੀ ਦਿੱਖ ਆਪਾਂ ਬਣਾਉਂਦੇ ਆ, ਭੱਲ ਬਣਦੀ ਆ ਕਮਿਊਨਿਟੀ ਦੀ, ਜਿਵੇਂ ਰਵੀ ਸਿੰਘ ਦਾ ਜ਼ਿਕਰ ਕੀਤਾ ਜਾਂ ਹੋਰ ਕਈ ਸੰਸਥਾਵਾਂ ਦਾ ਜ਼ਿਕਰ ਆਪਾਂ ਪਿੱਛੇ ਕਰਕੇ ਹਟੇ ਹਾਂ, ਤੇ ਇਹਨਾਂ ਦੀਆਂ ਜਿਹੜੀਆਂ ਕਲਾਬਾਜ਼ੀਆਂ ਨੇ ਇਹ ਬੜਾ ਵੱਡਾ ਨੁਕਸਾਨ ਕਰ ਜਾਂਦੀਆਂ ਨੇ, ਤੇ ਇਹਨਾਂ ਦੇ ਵਿਰੁੱਧ ਕੋਈ ਬੱਝਵੀਂ ਮੂਵਮੈਂਟ ਸਿੱਖ ਕਮਿਊਨਿਟੀ ਵੱਲੋਂ ਨਹੀਂ ਉੱਠਣੀ ਚਾਹੀਦੀ ਕਿ ਇਹਨਾਂ ਲੋਕਾਂ ਦੀ ਜ਼ੁਬਾਨ ਬੰਦ ਹੋਵੇ, ਕਿ ਇਹ ਐਵੇਂ ਖਾਮ-ਖਾ ਹਰ ਗੱਲ 'ਚ ਲੱਤ ਨਾ ਅੜਾਉਣ, ਤੇ ਸਗੋਂ ਉਹਨਾਂ ਮਸਲਿਆਂ 'ਤੇ ਹੀ ਗੱਲ ਕਰਨ, ਜੀ ਸਦਕੇ ਉਹ ਵੱਖਰੀ ਸਟੇਟ ਦੀ ਮੰਗ ਕਰਨ, ਉਹਦੇ ਲਈ ਮੂਵਮੈਂਟ ਬਿਲਡ ਕਰਨ, ਲੋਕਾਂ ਨੂੰ ਮੋਬਿਲਾਈਜ਼ ਕਰਨ। ਪਰ ਜਿਵੇਂ ਦੂਜੇ ਕੰਮਾਂ ਦੇ ਵਿੱਚ ਇਹ ਖਾਮਖਾ ਦਖਲਅੰਦਾਜ਼ੀ ਕਰਕੇ ਉਹਨੂੰ ਖਰਾਬ ਕਰਦੇ ਨੇ, ਤੇ ਇਹ ਕੋਈ ਨਾ ਕੋਈ ਵੱਜਵਾਂ ਪ੍ਰਭਾਵ ਜਿਹੜਾ ਵਾ ਉਹ ਪਾਉਣ ਵਾਸਤੇ ਕੋਈ ਆਰਗੇਨਾਈਜੇਸ਼ਨ ਦੀ ਲੋੜ ਆਪਾਂ ਮਹਿਸੂਸ ਨਹੀਂ ਕਰਦੇ। ਇਹਦੇ 'ਚ ਗਿੱਲ ਸਾਹਿਬ ਇੱਦਾਂ ਆ ਵੀ ਇਹ ਨਾ ਇੱਕ ਬੜਾ ਕੰਪਲੀਕੇਟਡ ਮਸਲਾ ਹੈਗਾ। ਜਿਹੜੇ ਸਰਕਾਰਾਂ ਦੇ ਏਜੰਟ ਹੁੰਦੇ ਆ ਨਾ, ਉਹ ਕਈ ਵਾਰੀ ਡਬਲ ਏਜੰਟ ਵੀ ਹੁੰਦੇ ਆ, ਕਈ ਵਾਰੀ ਉਹ ਦੋ ਜਿਹੜੇ ਆ ਨਾ ਮਤਲਬ ਮਕਸਦ ਵੀ ਉਹਨਾਂ ਦੇ ਹੁੰਦੇ ਆ। ਔਰ ਇਹ ਗੱਲ ਜਿਹੜੀ ਹੈਗੀ ਆ, ਜਿਨ੍ਹਾਂ ਦੇ ਤੁਸੀਂ ਨਾਂ ਲਏ ਆ, ਜਿਨ੍ਹਾਂ ਬੰਦਿਆਂ ਦੇ, ਇਹਨਾਂ ਨੇ ਇਹ ਮਤਲਬ ਪ੍ਰਚਾਰ ਕਰਦੇ ਆ ਵੀ ਅਸੀਂ ਧਰਮ ਦਾ ਪ੍ਰਚਾਰ ਕਰਦੇ ਆ, ਤੇ ਇਹ 26 ਜਨਵਰੀ ਨੂੰ ਉੱਥੇ ਲਾਲ ਕਿਲ੍ਹੇ ਵੱਲ ਨੂੰ ਕੀ ਲੈਣ ਗਏ ਸੀਗੇ? ਤੁਸੀਂ ਉਦੋਕੇ ਦਾ ਨਾਂ ਜਿਹੜਾ ਲਿਆ ਹੈਗਾ, ਔਰ ਇਹਦਾ ਆਮ ਸਿੱਖਾਂ 'ਚ ਪ੍ਰਭਾਵ ਇਹ ਆ ਕਿ ਉਹਨੂੰ ਗੱਲ ਵੀ ਚੰਗੀ ਤਰ੍ਹਾਂ ਕਰਨੀ ਆਉਂਦੀ ਆ, ਧਰਮ ਦਾ ਪ੍ਰਚਾਰ ਕਰਦਾ। ਲੋਕੀ ਇਸ ਗੱਲ ਨੂੰ ਤਾਂ ਦੇਖਦੇ ਨੇਗੇ ਵੀ ਇਹ ਰੋਲ ਕੀ ਪਲੇ ਕਰ ਰਿਹਾ ਹੈਗਾ। ਔਰ ਜੇ ਆਪਾਂ ਇਹ ਸੋਚੀਏ, ਜੇ ਖਾਲਿਸਤਾਨ ਦੇ ਪੁਆਇੰਟ ਆਫ ਵਿਊ ਤੋਂ ਵੀ ਸੋਚੀਏ, ਤੇ ਉਹ ਖਾਲਿਸਤਾਨ ਬਣਾਉਣ ਦੇ ਵਿੱਚ ਕਿਹੜੀ ਕੰਟਰੀਬਿਊਸ਼ਨ ਕਰ ਰਹੇ ਹੈਗੇ ਆ? ਉਹ ਤਾਂ ਲੋਕਾਂ ਦੇ ਹੌਸਲੇ ਪਸਤ ਕਰਨ ਵਾਲੀ ਗੱਲ ਕਰਦੇ ਆ। ਮੰਨ ਲਓ ਜੇ ਉਹ ਸਰਕਾਰ ਨਾਲ ਰਲ ਕੇ, ਸਰਕਾਰ ਦੀ ਏਜੰਟੀ ਕਰਕੇ ਮੋਰਚੇ ਨੂੰ ਹਰਾ ਦਿੰਦੇ ਆ, ਤੇ ਗਾਂ ਫਿਰ ਉਹਨਾਂ ਨੂੰ ਕਿਹੜੀ ਪ੍ਰਾਪਤੀ ਆ ਵੀ ਉਹ ਵੱਖਰਾ ਦੇਸ਼ ਮੰਗ ਲੈਣਗੇ, ਜਾਂ ਪੰਜਾਬ ਦੀਆਂ ਮੰਗਾਂ ਮਨਾ ਲੈਣਗੇ, ਜਾਂ ਖਾਲਿਸਤਾਨ ਬਣਾ ਲੈਣਗੇ। ਹੁਣ ਇਹਦਾ ਉਲਟ ਇਹ ਹੈਗਾ ਕਿ ਜੇ ਮੋਰਚਾ ਕਾਮਯਾਬ ਹੁੰਦਾ ਆ, ਕਿਸਾਨੀ ਮੰਗਾਂ ਮੰਨੀਆਂ ਜਾਂਦੀਆਂ ਆ, ਤੇ ਬਾਕੀ ਮੰਗਾਂ ਜਿਹੜੀਆਂ ਹੈਗੀਆਂ, ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਹੈਗੀ ਆ, ਪੰਜਾਬ ਦੇ ਪਾਣੀਆਂ ਦੀ ਗੱਲ ਹੈਗੀ ਆ, ਪੰਜਾਬ ਦੀ ਰਾਜਧਾਨੀ ਦੀ ਗੱਲ ਹੈਗੀ ਆ, ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਹੈਗੀ ਆ, ਤੇ ਫਿਰ ਤਾਂ ਉਹਨਾਂ ਦੇ ਉੱਤੇ ਵੀ ਮੋਬਿਲਾਈਜੇਸ਼ਨ ਕੀਤੀ ਜਾ ਸਕਦੀ ਆ। ਤੇ ਇਸ ਤਰੀਕੇ ਨਾਲ ਜਿਹੜੀ ਇੱਕ ਲਹਿਰ ਚੱਲ ਰਹੀ ਆ, ਜਿਹਦੇ ਵਿੱਚ ਜਿਹੜੀ ਲੋਕਾਂ ਦੀ ਹੋਂਦ ਦਾ ਮਸਲਾ ਆ, ਲੋਕਾਂ ਦੀ ਹਸਤੀ ਦਾ ਮਸਲਾ ਆ, ਤੇ ਉਹਨੂੰ ਜੇ ਅਸੀਂ ਕੋਈ ਫੇਲ ਕਰਾਉਣ ਦਾ ਯਤਨ ਕਰਦਾ ਆ, ਤੇ ਉਹ ਬਾਕੀ ਲਹਿਰ ਕਿੱਥੋਂ ਕਾਮਯਾਬ ਕਰ ਲੂਗਾ? ਯਾਨੀ ਇਹ ਗੱਲ ਸਮਝ ਜਿਹੜੀ ਆ ਨਾ ਗਿੱਲ ਸਾਹਿਬ, ਜਿਹੜੇ ਸਮਝਦਾਰ ਲੋਕ ਆ ਉਹਨਾਂ ਨੂੰ ਛੇਤੀ ਸਮਝ ਆ ਜਾਂਦੀ ਆ, ਤੇ ਔਰ ਇਹ ਗੱਲ ਜਿਹੜੀ ਆ ਇਹ ਲੋਕਾਂ ਨੂੰ ਸਮਝ ਆਈ ਵੀ ਆ। ਹੁਣ ਇੱਕ ਬੰਨੇ ਤੁਸੀਂ ਰਵੀ ਸਿੰਘ ਹੁਣਾਂ ਦੀ ਗੱਲ ਕਰਦੇ ਹੋ, ਉਹਨਾਂ ਦਾ ਸਤਿਕਾਰ ਆ ਵੀ ਉਹ ਮਨੁੱਖਤਾ ਦੀ ਸੇਵਾ ਕਰ ਰਹੇ ਆ। ਉਹਨਾਂ ਨੇ ਉੱਥੇ ਲੰਗਰ ਲਾਏ ਆ, ਉਹਨਾਂ ਨੇ ਉੱਥੇ ਰਹਿਣ ਬਸੇਰਿਆਂ ਦਾ ਪ੍ਰਬੰਧ ਕੀਤਾ ਆ। ਆਪਣੇ ਜਿਹੜੇ ਐਸਪੀ ਸਿੰਘ ਉਬਰਾਏ ਹੈਗੇ ਆ, ਉਹਨਾਂ ਨੇ ਕਿੰਨੀ ਸੇਵਾ ਕੀਤੀ ਆ। ਫਿਰ ਹੋਰ ਜਿਹੜੇ ਪ੍ਰਚਾਰਕ ਹੈਗੇ ਆ, ਵੱਖਰੀਆਂ ਵੱਖਰੀਆਂ ਸੰਪਰਦਾਵਾਂ ਆ, ਉਹ ਉੱਥੇ ਜਾ ਕੇ ਖੜੀਆਂ ਆ,
ਤੇ ਇਹ ਜਿਹੜੇ ਇਸ ਕਿਸਮ ਦੇ ਐਲੀਮੈਂਟ ਹੈਗੇ ਆ, ਉਹਨਾਂ ਨੇ ਤੇ ਕੋਈ ਨਾ ਕਿਸਾਨਾਂ ਦਾ ਭਲਾ ਕੀਤਾ ਤੇ ਨਾ ਹੀ ਕਿਸੇ ਕੌਮ ਦੇ ਭਲੇ ਦੀ ਗੱਲ ਕੀਤੀ ਹੈਗੀ ਆ। ਸੋ ਇਹ ਗੱਲ ਤੁਹਾਡੀ ਠੀਕ ਆ ਕਿ ਇਹਨਾਂ ਦੇ ਖਿਲਾਫ ਕੋਈ ਨਾ ਕੋਈ ਲਾਮਬੰਦੀ ਹੋਣੀ ਚਾਹੀਦੀ ਆ, ਪਰ ਇਹ ਕੰਮ ਬੜਾ ਔਖਾ ਆ, ਕਿਉਂਕਿ ਇਹ ਲੋਕਾਂ ਦੇ ਵਿੱਚ, ਖਾਸ ਕਰਕੇ ਜਿਹੜੇ ਆਮ ਸਿੱਖ ਆ, ਉਹਨਾਂ ਦੇ ਵਿੱਚ ਇਹ ਸਿੱਖੀ ਦੇ ਪ੍ਰਚਾਰਕ ਨੇ, ਤੇ ਉਹਨਾਂ ਦੇ ਉੱਤੇ ਤਾਂ ਇਹ ਗੁਰੂ ਸਾਹਿਬਾਨ ਦੀਆਂ ਗੱਲਾਂ ਕਰਕੇ, ਗੁਰੂ ਗ੍ਰੰਥ ਸਾਹਿਬ ਦੀਆਂ ਗੱਲਾਂ ਕਰਕੇ ਉਹਨਾਂ ਦੇ ਪ੍ਰਭਾਵ ਇਹਨਾਂ ਦਾ ਇਹ ਹੈਗਾ, ਪਰੰਤੂ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਵੀ ਇਹ ਉੱਥੇ ਜਾ ਕੇ ਤੇ ਸਰਕਾਰ ਪੱਖੀ ਗੱਲਾਂ ਕਿਉਂ ਕਰਦੇ ਹੈਗੇ ਆ। ਸੋ ਇਹ ਬੜਾ ਗੁੰਝਲਦਾਰ ਮਸਲਾ ਆ, ਤੇ ਜਜ਼ਬਾ ਤੁਹਾਡਾ ਠੀਕ ਆ, ਪਰ ਇਹ ਕਦੋਂ ਲੋਕਾਂ ਨੂੰ ਸਮਝ ਆਉਂਦੀ ਆ, ਕਦੋਂ ਲੋਕੀ ਇਹਨਾਂ ਦੇ ਖਿਲਾਫ ਉੱਠਦੇ ਆ, ਉਹ ਗਾਂਹ ਦੀ ਗੱਲ ਆ। ਪਰ ਇਸ ਵੇਲੇ ਮੋਰਚੇ ਦੇ ਵਿੱਚ ਇਹ ਕਾਫੀ ਹੱਦ ਤੱਕ ਆਈਸੋਲੇਟ ਹੋ ਗਏ ਆ। 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਇਹ ਹੁਣ ਘੱਟ ਹੀ ਦਿਖਾਈ ਕਿਤੇ ਦਿੰਦੇ ਹੈਗੇ ਆ। ਪ੍ਰੋਫੈਸਰ ਸਾਹਿਬ, ਬਹੁਤ ਸਾਰੇ ਰਿਪਿਊਟਡ ਪੱਤਰਕਾਰਾਂ ਦਾ ਮੈਂ ਜ਼ਿਕਰ ਕਰ ਸਕਦਾ ਹਾਂ, ਜਿਨ੍ਹਾਂ ਦਾ ਸਮਾਜ ਵਿੱਚ ਚੰਗਾ ਥਾਂ ਸੀਗਾ, ਤੇ ਅੱਜ ਕੱਲ ਉਹ ਵੀ ਮਤਲਬ ਜਥੇਬੰਦੀਆਂ ਦੀ ਅੰਧਾ ਧੁੰਦ, ਜਿੱਦਾਂ ਕਹਿੰਦੇ ਨਾ, ਅੱਖਾਂ ਤੇ ਪੱਟੀ ਬੰਨ੍ਹ ਕੇ ਮਦਦ ਕਰਨ ਵਾਲੀ ਗੱਲ ਤੇ ਆ ਜਾਂਦੇ ਆ, ਤੇ ਉਹ ਇਹ ਭੁੱਲ ਜਾਂਦੇ ਆ ਕਿ ਅਸੀਂ ਜਿਹੜੇ ਅਸੀਂ ਆਪਣੇ ਕੀਤੀ ਕਮਾਈ ਆ ਪਿਛਲੇ 40-50 ਸਾਲ ਦੀ, ਉਹ ਕਮਾਈ ਜਿਹੜੀ ਆ ਉਹ ਆਪਣਾ ਨਾਂ ਖਰਾਬ ਕਰ ਰਹੇ ਆ ਇਸ ਵੇਲੇ, ਕਿਉਂਕਿ ਉਹਨਾਂ ਦਾ ਨਿਸ਼ਾਨਾ ਹਮੇਸ਼ਾ ਕਿਸਾਨ ਲੀਡਰ ਰਹਿੰਦੇ ਨੇ। ਮੇਰਾ ਦਿਲ ਤੇ ਨਹੀਂ ਕਰਦਾ ਨਾਂ ਲੈਣ ਨੂੰ। ਸੁਖਦੇਵ ਸਿੰਘ ਨਾਂ ਦਾ ਪੱਤਰਕਾਰ ਹੈ, ਕਾਫੀ ਸੀਨੀਅਰ ਪੱਤਰਕਾਰ ਹੈ। ਇਹ ਤੋਂ ਪਹਿਲਾਂ ਇੱਕ ਸਿੱਧੂ ਸਾਹਿਬ ਪੱਤਰਕਾਰ ਹੁੰਦੇ ਸੀ, ਉਹ ਥੋੜ੍ਹੇ ਜਿਹੇ ਮੈਨੂੰ ਲੱਗਦਾ ਪੋਜ਼ੀਟਿਵ ਪਾਸੇ ਮੁੜੇ ਨੇ, ਇੰਡੀਅਨ ਐਕਸਪ੍ਰੈਸ ਰਹੇ ਨੇ, ਜਗਤਾਰ ਹਰੀ, ਮੇਰੇ ਖਿਆਲ ਜਗਤਾਰ ਸਿੰਘ ਹਰੀ, ਉਹਨਾਂ ਦੀਆਂ ਹੁਣ ਮੈਨੂੰ ਬੜੀਆਂ ਪੋਜ਼ੀਟਿਵ ਚੀਜ਼ਾਂ ਨਜ਼ਰ ਆ ਰਹੀਆਂ ਨੇ। ਇੱਦਾਂ ਹੀ ਕਰਮਜੀਤ ਆ, ਮੈਂ ਉਹਨਾਂ ਦੀ ਬੜੀ ਰਿਸਪੈਕਟ ਕਰਦਾ, ਬੜੇ ਭਲੇ ਲੋਕ ਨੇ, ਪਰ ਪਤਾ ਨਹੀਂ ਕਿਉਂ ਉਹ ਧਰਮ ਦੇ ਨਾਂ 'ਤੇ ਗੁੰਮਰਾਹ ਹੋ ਕੇ ਉਹਨਾਂ ਦੀ ਪੂਰੀ ਪੱਤਰਕਾਰੀ ਦੀ ਸੇਧ ਵੀ ਇਸ ਪਾਸੇ ਨੂੰ ਹੋ ਗਈ ਕਿ ਕਿਸਾਨ ਮੋਰਚੇ ਦੇ ਆਗੂਆਂ ਨੂੰ ਕਿਸ ਤਰ੍ਹਾਂ ਭੰਡਿਆ ਜਾ ਸਕਦਾ, ਉਹਨਾਂ ਦੀਆਂ ਗਲਤੀਆਂ ਕਿੱਦਾਂ ਲੱਭੀਆਂ ਜਾ ਸਕਦੀਆਂ, ਉਹਨਾਂ ਨੂੰ ਨੀਵਾਂ ਕਿਵੇਂ ਦਿਖਾਇਆ ਜਾ ਸਕਦਾ। ਉਹਨਾਂ ਦਾ ਇਹ ਸਰੋਕਾਰ ਬਾਕੀ ਨਜ਼ਰ ਨਹੀਂ ਆਉਂਦਾ ਕਿ ਕਿਤੇ ਨਾ ਕਿਤੇ ਕਿਸਾਨ ਮੋਰਚਾ ਅਗਰ ਜਿੱਤਦਾ ਤੇ ਪੰਜਾਬ ਦੇ ਹਾਲਾਤ ਸੁਖਾਲੇ ਹੋਣਗੇ। ਕੋਈ ਵੀ ਪੱਤਰਕਾਰ ਜਾਂ ਕੋਈ ਵੀ ਜਿਹੜਾ ਪਬਲਿਕ 'ਚ ਆ ਕੇ ਕੰਮ ਕਰਨ ਵਾਲਾ, ਚਾਹੇ ਉਹ ਸਵੈ ਸੇਵਕ ਹੋਵੇ ਜਾਂ ਸੋਸ਼ਲ ਐਕਟਿਵਿਸਟ ਹੋਵੇ, ਜਾਂ ਕੋਈ ਪੰਜਾਬ ਦੇ ਵਿੱਚ ਲੀਡਰਸ਼ਿਪ ਲਈ ਆਪਣਾ ਕੰਮ ਕਰ ਰਿਹਾ ਹੋਵੇ, ਆਪਣੀ ਨਿੱਜੀ ਲੀਡਰਸ਼ਿਪ ਲਈ ਵੀ, ਤਾਂ ਉਹਦਾ ਕਿਤੇ ਨਾ ਕਿਤੇ ਲੋਕ ਪੱਖੀ ਹੋਣਾ ਤੇ ਬਹੁਤ ਜ਼ਰੂਰੀ ਹੈ ਨਾ ਜੀ। ਤੁਸੀਂ ਜਿਹੜਾ ਲੋਕਾਂ ਦੇ ਉਲਟ ਸਟੈਂਡ ਲੈ ਕੇ ਆਪਣੀ ਜਗ੍ਹਾ ਕਿੱਦਾਂ ਬਣਾ ਸਕਦੇ ਹੋ, ਇਹ ਵਰਤਾਰਾ ਮੇਰੀ ਸਮਝ 'ਚ ਨਹੀਂ ਆ ਰਿਹਾ। ਇਹ ਉਸੇ ਕਿਸਮ ਦੇ ਜੀ ਪੱਤਰਕਾਰ ਕਿਹੜੇ ਕਿਤੇ ਅਸਮਾਨੋਂ ਡਿੱਗੇ ਆ, ਪੱਤਰਕਾਰ ਵੀ ਇੱਥੋਂ ਹੀ ਪੈਦਾ ਹੋਏ ਆ, ਤੇ ਪੱਤਰਕਾਰਾਂ ਦੇ ਵਿੱਚ ਵੀ ਇਦਾਂ ਦੇ ਐਲੀਮੈਂਟ ਹੋ ਸਕਦੇ ਆ ਜਿਨ੍ਹਾਂ ਦੇ ਤੁਸੀਂ ਨਾਂ ਲਏ ਆ। ਇਹਨਾਂ ਦੀ ਬੈਕਗਰਾਉਂਡ ਦਾ ਮੈਨੂੰ ਵੀ ਥੋੜਾ ਬਹੁਤਾ ਪਤਾ ਆ, ਤੇ ਇਹ ਵੀ ਉਹੀ ਰੋਲ ਪਲੇ ਕਰ ਰਹੇ ਆ ਜਿਹੜੇ ਇਹ ਪ੍ਰਚਾਰਕ ਰੋਲ ਪਲੇ ਕਰ ਰਹੇ ਹੈਗੇ ਆ ਨਾ। ਜਿਹੜੇ ਆਮ ਸਿੱਖ ਆ ਨਾ, ਉਹ ਇਹੋ ਜਿਹਾ ਰੋਲ ਪਲੇ ਕਰ ਰਹੇ ਆ ਕਿ ਉਹ ਮੋਰਚੇ ਦੇ ਹੱਕ 'ਚ ਨੇ, ਉਹਨਾਂ 'ਚੋਂ ਕੋਈ ਇਸ ਕਿਸਮ ਦਾ ਨਹੀਂਗਾ। ਇਹ ਕੁਝ ਜਿਹੜੇ ਆ ਨਾ ਗਾਈਡਡ, ਯਾਨੀ ਗਾਈਡਡ ਦਾ ਮਤਲਬ ਇਹ ਆ ਕਿ ਇਹਨਾਂ ਨੂੰ ਕਿਸੇ ਦੀ ਤੁਖਣੀ ਆ, ਕੋਈ ਇਹਨਾਂ ਨੂੰ ਤੁਖਣੀ ਦਿੰਦਾ ਤੇ ਉਹਦੇ ਮੁਤਾਬਕ ਇਹ ਚੱਲਦੇ ਆ। ਇਹ HMV ਨੇ, ਹਿਜ਼ ਮਾਸਟਰਸ ਵਾਇਸ, ਇਹਨਾਂ ਨੂੰ ਇਸ਼ਾਰੇ ਕਿਤੋਂ ਹੋਰ ਆਉਂਦੇ ਆ ਤੇ ਕੰਮ ਕਿਤੇ ਹੋਰ ਕਰਦੇ ਆ। ਤੇ ਇਹਦੇ ਵਿੱਚ ਬਹੁਤ ਸਾਰੇ, ਜੇ ਤੁਸੀਂ ਪੱਤਰਕਾਰੀ ਦੀ ਗੱਲ ਕਰਨੀ ਹੋਵੇ ਤੇ ਇੱਕ ਪੰਜਾਬੀ ਟ੍ਰਿਬਿਊਨ ਦਾ ਪੱਤਰਕਾਰ ਹੁੰਦਾ ਸੀਗਾ, ਤੇ ਉਹ ਮੁੜ ਕੇ ਟੌੜਾ ਸਾਹਿਬ ਨਾਲ ਵੀ ਉਹਦੇ PA ਦੇ ਤੌਰ ਤੇ ਵੀ ਰਹੇ। ਉਹਨਾਂ ਦਾ ਨਾਂ ਹੈਗਾ ਮਲਵਿੰਦਰਜੀਤ ਸਿੰਘ ਮਾਲੀ ਜੀ। ਤੇ ਉਹ ਮਾਲੀ ਦੇ ਜਿਹੜੇ ਆ ਮਤਲਬ ਧਾਰਨਾਵਾਂ, ਉਹਦਾ ਸਟੈਂਡ ਜਿਹੜਾ, ਮੇਰਾ ਖਿਆਲ ਹੈ ਸਾਨੂੰ ਬਹੁਤਾ ਜ਼ੋਰ ਲਾਉਣ ਦੀ ਬਜਾਏ ਉਹਦੇ ਨਾਲ ਹੀ ਜੇ ਕੋਈ ਗੱਲ ਕਰ ਲਵੇ ਤਾਂ ਉਹ ਇਹਨਾਂ ਦੀ ਚੰਗੀ ਤਰ੍ਹਾਂ ਤਸੱਲੀ ਕਰਾ ਦਿੰਦਾ ਹੈਗਾ। ਤੇ ਸਾਡਾ ਤੁਹਾਡਾ ਉਹਨਾਂ ਅਸਰ ਨਹੀਂ ਪੈਂਦਾ, ਕਿਉਂਕਿ ਮਾਲੀ ਉਹਨਾਂ ਦੇ ਮੁਹਾਵਰੇ 'ਚ ਗੱਲ ਕਰਦਾ ਆ, ਇਸ ਕਰਕੇ ਉਹਨਾਂ ਨੂੰ ਛੇਤੀ ਉਹਦੀ ਸਮਝ ਲੱਗ ਜਾਂਦੀ ਆ। ਉਂਝ ਮੈਂ ਮਹਿਸੂਸ ਕਰਦਾ ਆ ਕਿ ਇਹ ਇੱਕ ਚੰਗੀ ਗੱਲ ਆ, ਮੋਰਚੇ ਦਾ ਇੱਕ ਚੰਗਾ ਪੱਖ ਆ ਭਈ ਜਿਹੜੇ ਸੋ ਕਾਲਡ ਇਸ ਕਿਸਮ ਦੇ ਐਲੀਮੈਂਟ ਆ, ਉਹ ਹੁਣ ਇਹਨਾਂ ਦਿਨਾਂ ਦੇ ਵਿੱਚ ਬਹੁਤ ਥੱਲੇ ਚੱਲ ਗਏ ਆ। ਉਹਨਾਂ ਦੀ ਦਾਲ ਕਿਤੇ ਗਲੀ ਨਹੀਂ ਗਈ, ਤੇ ਉਹ ਕਿਉਂਕਿ ਸਰਕਾਰ ਦਾ ਬਹੁਤਾ ਕੁਝ ਸਵਾਰ ਵੀ ਨਹੀਂ ਸਕੇ, ਇਸ ਕਰਕੇ ਹੁਣ ਉਹਨਾਂ ਦੀ ਜਿਹੜੀ ਉਹ ਪੁੱਛ ਪ੍ਰਤੀਤ ਉੱਧਰ ਆ, ਉਹ ਵੀ ਸ਼ਾਇਦ ਨਾ ਹੋਵੇ, ਤੇ ਕੁਝ ਸਮੇਂ ਤੋਂ ਉਹ
ਥੋੜੇ ਚੁੱਪਚਾਪ ਜੇ ਨਜ਼ਰ ਆ ਰਹੇ ਨੇ। ਜੀ ਕਾਲੋ ਸਾਹਿਬ, ਅਸਲ ਦੇ ਵਿੱਚ ਕਿਤੇ ਨਾ ਕਿਤੇ ਉਹ ਵੀ ਆਪਣੀਆਂ ਜਿਹੜੀਆਂ ਨੀਤੀਆਂ ਨੇ ਨਾ, ਜਿਹੜੇ ਉਹਨਾਂ ਦੇ ਪਿੱਛੇ ਉਹਨਾਂ ਦੇ ਮਾਸਟਰਮਾਈਂਡ ਨੇ, ਉਹ ਵੀ ਕਿਤੇ ਨਾ ਕਿਤੇ ਕਾਮਯਾਬ ਤੇ ਹੁੰਦੇ ਨਜ਼ਰ ਆਉਂਦੇ ਨੇ। ਜਦੋਂ ਕਿ ਇੱਕ ਪਾਸੇ ਉਹ ਕਿਸਾਨ ਆਗੂਆਂ ਤੇ ਸਵਾਲ ਖੜੇ ਕਰਦੇ ਨੇ ਕਿ ਤੁਸੀਂ ਕੋਈ ਵੱਡਾ ਐਕਸ਼ਨ ਕਿਉਂ ਨਹੀਂ ਦਿੰਦੇ, ਕਿਉਂ ਨਹੀਂ ਕੋਈ ਤਰੀਕ ਦਿੰਦੇ ਪਾਰਲੀਮੈਂਟ ਕੂਚ ਕਰਨ ਦੀ, ਕਿਉਂ ਨਹੀਂ ਕੋਈ ਵੱਡਾ ਐਕਸ਼ਨ ਜਿਹੜਾ ਸਾਹਮਣੇ ਆਉਂਦਾ। ਤੇ ਜੇ ਕਿਤੇ ਕਰੋਨਾ ਨਾ ਹੁੰਦਾ, ਕਿਉਂਕਿ ਹੁਣ ਕਿਸਾਨ ਆਗੂਆਂ ਕੋਲੋਂ ਵੀ ਇੱਕ ਤਰਕ ਹੈ ਕਿ ਕਰੋਨਾ ਦੇ ਵਿੱਚ ਇਸ ਤਰ੍ਹਾਂ ਦਾ ਅਸੀਂ ਕੋਈ ਐਕਸ਼ਨ ਨਹੀਂ ਕਰ ਸਕਦੇ ਜਿਹੜਾ ਲੋਕਾਂ ਦੀ ਜਾਨ ਦਾ ਖਤਰਾ ਬਣ ਸਕੇ। ਨਾਰਮਲ ਹਾਲਾਤਾਂ ਦੇ ਵਿੱਚ ਉਹਨਾਂ ਦਾ ਪ੍ਰੈਸ਼ਰ ਹੋਰ ਵਧਣਾ ਸੀਗਾ। ਔਰ ਕਿਤੇ ਨਾ ਕਿਤੇ ਉਹ ਜੇ ਕਿਸਾਨ ਜਥੇਬੰਦੀਆਂ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਦੇਣ ਦੀ ਕੋਸ਼ਿਸ਼ ਕਰਦੀਆਂ ਨੇ ਤੇ ਇਨਡਾਇਰੈਕਟਲੀ, ਜਿਵੇਂ ਪਾਰਲੀਮੈਂਟ ਦੀ ਗੱਲ ਆਈ ਸੀਗੀ ਤੇ ਇਹਨਾਂ ਨੇ ਰਾਹ ਰੋਕਿਆ ਉਹਦਾ, ਜਿਸ ਤਰੀਕੇ ਨਾਲ ਉਹਨਾਂ ਨੇ ਪ੍ਰੈਸ਼ਰਾਈਜ਼ ਕੀਤਾ ਤੇ ਉਹ ਕਿਸਾਨ ਜਥੇਬੰਦੀਆਂ ਨੂੰ ਇੱਕ ਤਰ੍ਹਾਂ ਨਾਲ ਇਸ ਤਰ੍ਹਾਂ ਦਾ ਉਹਨਾਂ 'ਚ ਭਰਮ ਪੈਦਾ ਕਰਨ 'ਚੋਂ ਕਾਮਯਾਬ ਹੋਏ, ਜਾਂ ਸਮਝ ਲਓ ਕਿ ਉਹਨਾਂ ਨੂੰ ਡਰਾਉਣ 'ਚ ਕਾਮਯਾਬ ਹੋਏ ਕਿ ਜੇ ਹੁਣ ਕੋਈ ਇਦਾਂ ਦਾ ਵੱਡਾ ਐਕਸ਼ਨ ਆਇਆ ਤੇ 26 ਜਨਵਰੀ ਵਰਗਾ ਫੇਰ ਕੋਈ ਨਾ ਕੋਈ ਵੱਡਾ ਕਾਰਾ ਹੋ ਸਕਦਾ। ਜਿਹੜੀਆਂ ਬੋਚ ਕੇ ਪੈਰ ਰੱਖ ਕੇ ਕੰਮ ਕਰ ਰਹੀਆਂ ਜਥੇਬੰਦੀਆਂ ਨੇ, ਉਹਨਾਂ ਨੂੰ ਆਪਣੇ ਫੈਸਲੇ ਫਿਰ ਵਾਪਸ ਲੈਣ ਲਈ ਕਿਤੇ ਮਜਬੂਰ ਵੀ ਹੋਣਾ ਪੈਂਦਾ, ਕਿਉਂਕਿ ਇਹ ਐਲੀਮੈਂਟ ਜਿਹੜੇ ਆ ਕਿਤੇ ਨਾ ਕਿਤੇ ਫੇਰ ਕੋਈ ਨਾ ਕੋਈ ਐਸਾ ਕਾਰਨਾਮਾ ਕਰ ਸਕਦੇ ਨੇ ਜਿਹਦੇ ਕਰਕੇ ਬਣਿਆ ਬਣਾਇਆ ਮੋਰਚੇ ਦਾ ਕੰਮ ਫੇਰ ਫੇਲ ਹੋ ਜਾਏ। ਇਹ ਤਾਂ ਦੇਖੋ ਜੀ, ਜਦੋਂ ਇਹਨਾਂ ਨੇ ਘੇਰੇ ਆ ਲੀਡਰ, ਤੇ ਉਦੋਂ ਜੋਗਿੰਦਰ ਸਿੰਘ ਉਗਰਾਹਾਂ ਨੇ ਇੱਕ ਘੰਟੇ ਦਾ ਭਾਸ਼ਣ ਜਿਹੜਾ ਉਹ ਕੀਤਾ ਸੀਗਾ, ਔਰ ਉਹਨੇ ਦਰੁਸਤ ਤੌਰ ਤੇ ਕਿਹਾ ਸੀਗਾ ਕਿ ਬਈ ਇਹ ਸਾਡੀ ਜਥੇਬੰਦੀ ਆ, ਅਸੀਂ ਜਥੇਬੰਦੀਆਂ ਵਾਲਿਆਂ ਨੇ ਫੈਸਲਾ ਕਰਨਾ ਆ ਭਈ ਕਿਹੜੇ ਵੇਲੇ ਕਿਹੜਾ ਐਕਸ਼ਨ ਕਰਨਾ ਆ। ਤੁਸੀਂ ਕੌਣ ਹੋ ਸਾਨੂੰ ਗਾਈਡ ਕਰਨ ਵਾਲੇ ਕਿ ਜ਼ਬਰਦਸਤੀ ਤੁਸੀਂ ਸਾਡੇ ਕੋਲੋਂ ਬਈ ਸਾਨੂੰ ਤਰੀਕ ਦੱਸੋ ਜੀ, ਤੁਸੀਂ ਕਿੱਦਣ ਜਾਣਾ ਪਾਰਲੀਮੈਂਟ ਵੱਲੋਂ, ਵੀ ਤਾਂ ਕਿ ਅਸੀਂ 26 ਜਨਵਰੀ ਵਰਗੀ ਜਿਹੜੀ ਗੜਬੜ ਆ ਉਹ ਕਰਾ ਦਈਏ ਤੇ ਮੋਰਚਾ ਜਿਹੜਾ ਉਹਦੀਆਂ ਸਫਾਂ ਵਲੇਟਣੀਆਂ ਪੈ ਜਾਣ ਸਾਰਿਆਂ ਨੂੰ। ਸੋ ਕਿਸਾਨ ਲੀਡਰ ਜਿਹੜੇ ਆ, ਇੱਕ ਤਾਂ ਤੁਸੀਂ ਠੀਕ ਕਿਹਾ ਹੈਗਾ ਵੀ ਕਰੋਨਾ ਹੋਣ ਕਰਕੇ ਉਹਨਾਂ ਦੀ ਇੱਕ ਬੜੀ ਲਿਮਿਟੇਸ਼ਨ ਹੋ ਗਈ ਹੈਗੀ ਆ, ਕਿਉਂਕਿ ਸਾਰਾ ਦੇਸ਼ ਹੀ ਨਹੀਂ ਸਾਰਾ ਵਰਲਡ ਜਿਹੜਾ ਹੈਗਾ ਤਰਾਹ ਕਰ ਰਿਹਾ। ਤੇ ਇਹੋ ਜਿਹੇ ਸਮੇਂ ਜੇ ਕੋਈ ਕਿਸਾਨ ਲੀਡਰ ਜਿਹੜੇ ਆ ਕੋਈ ਇਦਾਂ ਦਾ ਸਟੈਪ ਲੈਂਦੇ ਆ ਤਾਂ ਉਹ ਲੋਕਾਂ ਦੇ ਵਿੱਚ ਉਹਦਾ ਚੰਗਾ ਪ੍ਰਭਾਵ ਨਹੀਂ ਪੈਣਾ। ਇਸ ਗੱਲ ਦਾ ਕਿਸਾਨ ਆਗੂਆਂ ਨੂੰ ਭਲੀ ਭਾਂਤ ਪਤਾ ਹੈ, ਇਸੇ ਕਰਕੇ ਉਹ ਇਸ ਕਿਸਮ ਦੀ ਕੋਈ ਗੱਲ ਨਹੀਂ ਕਰ ਰਹੇ। ਜਿਹੜੀ ਦੂਜੀ ਗੱਲ ਪ੍ਰੈਸ਼ਰ ਦੀ ਆ ਜੀ, ਪ੍ਰੈਸ਼ਰ ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਡਾਂਗਾ ਲੈ ਕੇ ਤੇ ਪਾਰਲੀਮੈਂਟ ਢਾ ਦੇਣੀ ਆ ਜਾਂ ਇਸ ਕਿਸਮ ਦਾ ਕੋਈ ਗੱਲ ਕਰ ਦੇਣਾ। ਜਿਹੜੇ 6 ਮਹੀਨਿਆਂ ਦੇ ਬਲਕਿ ਸਗੋਂ 1 ਸਾਲ ਦੇ ਸੰਘਰਸ਼ ਕਰ ਰਹੇ ਆ, ਉਹਦਾ ਅਸਰ ਜਿਹੜਾ ਹੈਗਾ ਉਹ ਸਰਕਾਰ ਦੇ ਉੱਤੇ ਵੀ ਆ, ਲੋਕਾਂ ਦੇ ਵਿੱਚ ਵੀ ਹੌਸਲਾ ਆ, ਔਰ ਸਾਰੀ ਵਰਲਡ ਦੇ ਵਿੱਚ ਭਾਰਤ ਸਰਕਾਰ ਨੂੰ ਇਸ ਗੱਲੋਂ ਕ੍ਰਿਟੀਸਾਈਜ਼ ਕੀਤਾ ਜਾ ਰਿਹਾ ਆ, ਭਾਰਤ ਸਰਕਾਰ ਦੀ ਨਿੰਦਿਆ ਕੀਤੀ ਜਾ ਰਹੀ ਆ ਕਿ ਤੁਸੀਂ ਕਿਸਾਨਾਂ ਦਾ ਮਸਲਾ ਹੱਲ ਕਿਉਂ ਨਹੀਂ ਕਰਦੇ। ਸੋ ਹੁਣ ਬੜੇ ਕਰੂਸ਼ਲ ਮੋੜ ਤੇ ਆ ਕਿਸਾਨ ਮੋਰਚਾ, ਜਿਹੜਾ ਕਾਲਿਆਂ ਝੰਡਿਆਂ ਤੋਂ ਬਾਅਦ ਕੋਈ ਨਾ ਕੋਈ ਫੈਸਲਾ ਜਿਹੜਾ ਹੈਗਾ ਉਹ ਜ਼ਰੂਰ ਲੈਣਗੇ, ਜਿਹਦੇ ਨਾਲ ਜਿਹੜੀ ਮੂਵਮੈਂਟ ਹੈਗੀ ਆ ਉਹਦਾ ਹੋਰ ਪ੍ਰਭਾਵ ਪਵੇ। ਪਰ ਮੈਂ ਕਹਿੰਦਾ ਵੀ ਜਿਹੜਾ ਉੱਥੇ ਬੈਠੇ ਕਈ ਜਿਹੜੇ ਆਪਣੇ ਆਪ ਨੂੰ ਬਹੁਤੇ ਸਿਆਣੇ ਸਮਝਦੇ ਆ ਨਾ, ਉਹ ਕਹਿੰਦੇ ਜੀ ਉੱਥੇ ਬੈਠੇ ਰਹਿਣ ਦਾ ਕੀ ਫਾਇਦਾ ਆ। ਉਹਨਾਂ ਨੂੰ ਇਹ ਨਹੀਂਗਾ ਪਤਾ ਕਿ ਇਹ ਬੈਠੇ ਰਹਿਣਾ ਵੀ ਇੱਕ ਲੜਾਈ ਆ, ਇੱਕ ਸੰਘਰਸ਼ ਆ, ਕਿਉਂਕਿ ਜਿਹੜੇ ਉੱਥੇ ਲੋਕ ਬੈਠੇ ਆ ਉਹ ਸਰਦੀ ਗਰਮੀ ਧੁੱਪ ਠੰਡ ਆਪਣਾ ਹਨੇਰੀ ਮੀਂਹ ਸਾਰਾ ਕੁਝ ਝੱਲਦੇ ਆ, ਮੱਛਰ ਲੜਾਉਂਦੇ ਆ, ਉੱਥੇ ਕੋਈ ਚਾਅ ਨੂੰ ਤਾਂ ਬੈਠਾ ਨਹੀਂਗਾ। ਸੋ ਇਸ ਕਰਕੇ ਜਿਹੜੇ ਮਰਨ ਵਰਤ ਰੱਖਦੇ ਸੀਗੇ, ਭੁੱਖ ਹੜਤਾਲ ਰੱਖਦੇ ਸੀਗੇ, ਉਹ ਲੜਾਈ ਦਾ ਇੱਕ ਹਥਿਆਰ ਆ। ਤੇ ਬਾਰਡਰਾਂ ਦੇ ਉੱਤੇ ਬਹਿਣਾ, ਧਰਨੇ ਦੇਣਾ, ਇਹ ਵੀ ਇੱਕ ਸਮਝ ਲਓ ਵੀ ਹਥਿਆਰ ਆ। ਹਥਿਆਰ ਕੱਲਾ ਬੰਦੂਕਾਂ ਚਲਾਉਣ ਨਹੀਂ ਹਥਿਆਰ ਹੁੰਦਾ ਹੈਗਾ, ਇਹ ਲੋਕ ਸ਼ਕਤੀ ਦਾ ਪ੍ਰਦਰਸ਼ਨ ਆ। ਔਰ ਜਿਹੜੀ ਹੁਣ ਕਿਆਸਰਾਈਆਂ ਲੱਗ ਰਹੀਆਂ ਆ, ਉਹ ਜਿੱਦਾਂ ਸਰਕਾਰ ਘਿਰੀ ਆ ਹੁਣ ਇਸ ਵੇਲੇ, ਜਿੱਦਾਂ 26 ਜਨਵਰੀ ਤੋਂ ਪਹਿਲਾਂ ਕਿਸਾਨਾਂ ਦੀ ਚੜ੍ਹਤ ਸੀਗੀ ਨਾ, ਤੇ ਸਰਕਾਰ ਡਿਫੈਂਸਿਵ ਤੇ ਸੀਗੀ। ਸਾਰੀਆਂ 11 ਮੀਟਿੰਗਾਂ ਦੇ ਵਿੱਚ ਇੱਕ ਦੇ ਵਿੱਚ ਵੀ ਉਹ ਸਾਬਤ ਨਹੀਂ ਸੀ ਕਰ ਸਕੀ ਗੌਰਮੈਂਟ ਬਈ ਇਹ ਬੜੇ ਵਾਜਬ ਆ, ਕਾਨੂੰਨ ਜਿਹੜੇ ਬੜੇ ਵਾਜਬ ਆ। ਤੇ ਕਿਸਾਨ ਜਿਹੜੇ ਹੈਗੇ ਆ ਉਹ ਸਮਝਾਉਣ 'ਚ ਕਾਮਯਾਬ ਹੋ ਗਏ ਸੀਗੇ ਕਿ ਇਹ ਜਿਹੜੇ ਕਾਨੂੰਨ ਆ ਇਹ
ਕਿਸਾਨ ਵਿਰੋਧੀ ਆ, ਲੋਕ ਵਿਰੋਧੀ ਆ। ਸੋ ਇਸ ਕਰਕੇ ਜਿੱਦਾਂ ਦੇ ਹਾਲਾਤ ਬਣੇ ਆ ਗਿੱਲ ਸਾਹਿਬ ਹੁਣ, ਕਿਉਂਕਿ ਕਿਸਾਨ ਜਿਹੜੇ ਆ ਉਹਨਾਂ ਦੀ ਤਾਂ ਆਰ ਪਾਰ ਦੀ ਲੜਾਈ ਹੈ, ਉਹਨਾਂ ਦੀ ਜ਼ਿੰਦਗੀ ਮੌਤ ਦੀ ਲੜਾਈ ਆ। ਇਸ ਕਰਕੇ ਉਹਨਾਂ ਨੇ ਤਾਂ ਇਹ ਲੜਾਈ ਲੜਨੀ ਆ, ਤੇ ਸਰਕਾਰ ਜਿਹੜੀ ਹੈਗੀ ਆ ਉਹ ਜ਼ਰੂਰ ਕਿਸੇ ਨਾ ਕਿਸੇ ਤਰੀਕੇ ਨਾਲ, ਜੇ ਕੋਈ ਗੱਲ ਜਿਵੇਂ ਕਿ ਸੰਭਾਵਨਾ ਬਣਦੀ ਆ, ਗੱਲਾਂ ਕੀਤੀਆਂ ਵੀ ਜਾ ਰਹੀਆਂ, ਜੇ ਦੋਨਾਂ ਪਾਸਿਓਂ ਤੋਰਾ ਤੁਰੇ, ਦੋਨਾਂ ਪਾਸਿਓਂ ਦੀ ਤਾਂ ਕੋਈ ਗੱਲ ਨਹੀਂ, ਕਿਸਾਨ ਤਾਂ ਹਮੇਸ਼ਾ ਹੀ ਗੱਲ ਕਰਨ ਨੂੰ ਤਿਆਰ ਨੇ। ਸੋ ਇਸ ਕਰਕੇ ਕੁਝ ਅਸਾਰ ਜਿਹੜੇ ਆ ਉਹ ਲੱਗਦੇ ਆ। ਬਾਕੀ ਆ ਜਿਹੜਾ ਕਾਲੇ ਝੰਡੇ ਲਹਿਰਾਏ ਜਾਣੇ ਆ ਸਾਰੇ ਦੇਸ਼ ਦੇ ਵਿੱਚ, ਸਾਰਾ ਦੇਸ਼ ਜਿਹੜਾ ਉਹ ਬਲੈਕ ਆਊਟ, ਇੱਕ ਕਿਸਮ ਦਾ ਬਲੈਕ ਡੇ ਮਨਾਇਆ ਜਾਣਾ। ਸੋ ਇਸ ਤੋਂ ਬਾਅਦ ਹੋਰ ਗੱਲਾਂ ਜਿਹੜੀਆਂ ਉਹ ਸਪਸ਼ਟ ਹੋਣਗੀਆਂ। ਜੀ ਪ੍ਰੋਫੈਸਰ ਸਾਹਿਬ, ਬਹੁਤ ਬਹੁਤ ਧੰਨਵਾਦ। ਸਮਾਂ ਆਪਾਂ ਨੂੰ ਹੋਰ ਇਜਾਜ਼ਤ ਨਹੀਂ ਦਿੰਦਾ। ਆਪਾਂ ਪ੍ਰਗਟ ਸਿੰਘ ਵਾਲੀ ਗੱਲ ਵੀ ਕਰ ਸਕਦੇ ਸੀਗੇ, ਪਰ ਹੁਣ ਸੁਸ਼ੀਲ ਹੋਰਾਂ ਕੋਲ ਜਾਣਾਂਗੇ ਕਿ ਪੰਜਾਬ 'ਚ ਕਿੱਦਾਂ ਦੀ ਹਲਚਲ ਅੱਜ ਦੇ ਦਿਨ ਜਿਹੜੀ ਆ ਹੋਣ ਦੀ ਸੰਭਾਵਨਾ ਆ, ਤੇ ਜਿਹੜਾ ਕਾਂਗਰਸ ਪਾਰਟੀ ਵਿੱਚ ਪਿਆ ਆ ਰੱਟਾ ਆ ਉਹ 2-3 ਦਿਨ ਰੁਕਿਆ ਸੀਗਾ, ਤੇ ਫਿਰ ਹੁਣ ਉਹਦੀਆਂ ਜਿਹੜੀਆਂ ਨੇ ਉਹ ਸੁਭ ਆ ਰਹੀਆਂ ਨੇ ਬਾਹਰ, ਮਤਲਬ ਕਨਸੋਆਂ ਕਿ ਉਹ ਕਾਫੀ ਜ਼ਿਆਦਾ ਫਿਰ ਭਖ ਗਿਆ, ਕੁਝ ਮੀਟਿੰਗਾਂ ਦਾ ਦੌਰ ਫਿਰ ਸ਼ੁਰੂ ਹੋ ਗਿਆ। ਉਹ ਗੱਲਾਂ ਬਾਤਾਂ ਆਪਾਂ ਸੁਸ਼ੀਲ ਕੋਲੋਂ ਜਾਣਾਂਗੇ, ਕਿਉਂਕਿ ਉੱਥੇ ਬੈਠੇ ਨੇ ਗਰਾਊਂਡ 'ਤੇ, ਉਹਨਾਂ ਕੋਲੋਂ ਇਨਫੋਰਮੇਸ਼ਨ ਜਿਹੜੀ ਉਹ ਲਵਾਂਗੇ। ਫਿਲਹਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰੀ ਗੱਲਬਾਤ ਲਈ। ਬਹੁਤ ਮਿਹਰਬਾਨੀ ਗਿੱਲ